ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਨ ਹੁਣ ਤੋਂ 4 ਘੰਟਿਆਂ ਬਾਅਦ ਅਤੇ ਫਿਰ 11 ਘੰਟਿਆਂ ਬਾਅਦ ਸਵੇਰੇ ਕੱਲ੍ਹ ਨੂੰ 5:30 ਵਜੇ ਯਾਨੀ ਕਿ ਅਮਰੀਕਾ ਕੈਨੇਡਾ ਦੀ ਸ਼ਾਮ ਹੋਏਗੀ। ਅਤੇ ਇਸ ਵਕਤ ਤੁਸੀਂ ਉੱਥੇ ਸਵੇਰੇ ਅਰਲੀ ਮੋਰਨਿੰਗ ਸਾਡੇ ਨਾਲ ਜੁੜੇ ਹੋਏ ਹੋ। ਸੋ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਦੇ ਵਿੱਚ ਹੈ ਜੀ, ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਲੋਕਲ ਜੋਬ ਹੈ ਜੀ, ਡੇਲੀ ਹੋਮ ਜਾ ਸਕਦੇ ਹੋ। ਸੈਟਲ ਏਰੀਆ 'ਚ ਹੀ ਵਰਕ ਹੈ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। J&H ਐਕਸਪ੍ਰੈਸ ਵਾਲੇ ਮਨਮੋਹਨ ਸਿੰਘ ਧਾਲੀਵਾਲ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਸੈਟਲ ਏਰੀਆ 'ਚ ਲੋਕਲ ਕੰਮ ਦਿੰਦੇ ਨੇ, ਪੰਜਾਬੀ 'ਚ ਡਿਸਪੈਚ ਕਰਦੇ ਨੇ। 2065500088 'ਤੇ ਕਾਲ ਕਰ ਸਕਦੇ ਹੋ। ਸੋ ਸੁਖਵਿੰਦਰ ਸਿੰਘ ਸੰਧੂ ਹੋਰੀ ਨਿਊਯਾਰਕ ਵਾਲੇ, ਜਿਨ੍ਹਾਂ ਦੀ ਕੱਲ੍ਹ ਨੂੰ ਜੀ ਮੈਰਿਜ ਐਨੀਵਰਸਰੀ ਹੈ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਵੱਲੋਂ ਅੱਜ ਇਸ ਮਹੀਨੇ ਦਾ ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਸੀ। ਅਤੇ ਅਵਤਾਰ ਸਿੰਘ ਕਾਲੂ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਅਤੇ ਬੇਕਰਸਵੀਲ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਤੁਸੀਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 'ਤੇ ਕਾਲ ਕਰ ਸਕਦੇ ਹੋ। ਸਿੱਧੂ ਟਰੱਕ ਲਾਈਨ ਬੇਕਰਸਵੀਲ ਨੂੰ ਸੋਲੋ ਅਤੇ ਟੀਮ ਡਰਾਈਵਰ ਚਾਹੀਦੇ ਨੇ ਜੀ। ਟਰੱਕ ਸ਼ਾਪ 'ਤੇ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ, ਜੋ ਆਫ ਆਵਰ ਕੰਮ ਕਰ ਸਕਦੇ ਹੋਣ, ਟਾਇਰ ਅਤੇ ਤੇਲ ਬਦਲੀ ਦਾ ਕੰਮ ਜਾਣਦੇ ਹੋਣ। 6616671188 'ਤੇ ਕਾਲ ਕਰ ਸਕਦੇ ਹੋ। ਅਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਹੁਣ ਇਸ ਵਕਤ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕਹਿੰਦੇ ਰੋਕਣ ਦੀ ਬਜਾਏ ਭਾਈ ਕਿਸਾਨਾਂ ਦੀ ਜਿਹੜੀ ਟਰੈਕਟਰ ਰੈਲੀ ਹੈ, ਉਹਨੂੰ ਤੁਸੀਂ ਆ ਕੇ ਦਿੱਲੀ ਦੀ ਫਿਰਨੀ ਦੇ ਉੱਤੇ ਆ ਕੇ ਜਿਹੜਾ ਹੈ ਸਲਾਮੀ ਦਿਓ, ਇਹ ਕਿਹਨੇ ਕਿਹਾ ਜੀ? ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੀ। ਅੱਛਾ ਜੀ। ਉਹਨਾਂ ਨੇ ਸਾਡੇ ਕੇਂਦਰੀ ਐਗਰੀਕਲਚਰ ਮਿਨਿਸਟਰ ਜਿਹੜੇ ਨਰਿੰਦਰ ਸਿੰਘ ਤੋਮਰ, ਉਹਨਾਂ ਨੂੰ ਇੱਕ ਪੱਤਰ ਲਿਖਿਆ ਵਾ ਜੀ ਵੀ ਜੇ ਅਸੀਂ ਜਿਹੜੀ ਰਾਜਪਥ ਦੇ ਉੱਤੇ ਆ ਕੇ ਜਿਹੜੀ ਸਾਡੀ ਹੈਗੀ ਆ ਆਪਣੀ ਉਹ ਗਣਤੰਤਰ ਦਿਵਸ ਦੇ ਉੱਤੇ ਅਸੀਂ ਜਿਹੜੀ ਆ ਸਾਡੀ ਸਰਕਾਰ ਜਿਹੜੀ ਆ ਤੋਪਾਂ ਨੂੰ, ਟੈਂਕਾਂ ਨੂੰ, ਜਵਾਨਾਂ ਨੂੰ ਸਲਾਮੀ ਦੇ ਸਕਦੀ ਤੇ ਕਿਸਾਨਾਂ ਨੂੰ ਕਿਉਂ ਨਹੀਂ? ਉਹਨਾਂ ਨੇ ਸੱਦਾ ਦਿੱਤਾ ਵੀ ਜਦੋਂ ਇਹਨਾਂ ਨੇ ਆਪਣੀ ਟਰੈਕਟਰ ਪਰੇਡ ਕਰਨੀ ਆ, ਉਸ ਟਾਈਮ ਦੇ ਉੱਤੇ ਕੇਂਦਰੀ ਮੰਤਰੀ ਜਿਹੜੇ ਤੋਮਰ ਸਾਹਿਬ ਉਹਨਾਂ ਨਾਲ ਗੱਲਬਾਤ ਇਸ ਵੇਲੇ ਕਰ ਰਹੇ, ਉਹ ਖੁਦ ਆ ਕੇ ਰਾਜਪਥ ਦੇ ਉੱਤੇ ਆ ਕੇ ਇਹਨਾਂ ਨੂੰ ਸਲਾਮੀ ਦੇਣ ਕਿ ਉਹ ਵੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਬੁਲੰਦ ਹੋਏਗਾ, ਵੀ ਕਿਸੇ ਉਸ ਤੋਂ ਘੱਟ ਨਹੀਂ ਹੈਗੀ। ਉਹਨਾਂ ਨੇ ਕਿਹਾ ਵੀ ਵੇਖੋ ਵੀ ਕਿਸਾਨ ਜਿਹੜੇ ਉਹ ਦੇਸ਼ ਦਾ ਧੁਰਾ ਨੇ, ਸਾਡਾ ਇਹ ਸਾਡਾ ਖੁਸ਼ਹਾਲੀ ਦਾ ਪ੍ਰਤੀਕ ਨੇ। ਜਿਹੜੀ ਸਾਡੀ ਇੰਡਸਟਰੀ ਆ ਉਹ ਰੀੜ੍ਹ ਦੀ ਹੱਡੀ ਆ, ਤੇ ਜਿਹੜੀ ਖੇਤੀਬਾੜੀ ਖੁਸ਼ਹਾਲੀ ਦਾ ਪ੍ਰਤੀਕ ਆ। ਤੇ ਜੇ ਕਿਸਾਨ ਵੱਡੀ ਗਿਣਤੀ ਚ ਆ ਰਿਹਾ ਤੇ ਸਰਕਾਰ ਦੀ ਵੀ ਡਿਊਟੀ ਬਣਦੀ ਆ ਕਿ ਉਹਨਾਂ ਦਾ ਸਵਾਗਤ ਕੀਤਾ ਜਾਵੇ ਜੀ। ਹੁਣ ਵੇਖੋ ਉਹਨਾਂ ਦੀ ਚਿੱਠੀ ਤੇ ਜਿਹੜੇ ਤੋਮਰ ਸਾਹਿਬ ਅਮਲ ਕਰਦੇ ਆ ਜਾਂ ਉਹਦਾ ਰਿਐਕਸ਼ਨ ਹੁੰਦਾ ਵਾ, ਇਹ ਤੇ ਪਤਾ ਨਹੀਂ। ਚੰਗੀ ਗੱਲ ਇਹ ਆ ਵੀ ਚੰਦੂ ਮਾਜਰਾ ਸਾਹਿਬ ਤੁਸੀਂ ਆਪਣੀ ਟੀਮ ਲੈ ਕੇ ਸਲਾਮੀ ਦਿਓ ਪਹਿਲਾਂ। ਅਖਿਲੇਸ਼ ਯਾਦਵ ਨੇ ਕਹਿਤਾ ਵੀ ਅਸੀਂ ਕਿਸਾਨਾਂ ਦੇ ਨਾਲ ਜਿਹੜੀ ਉਹ 26 ਜਨਵਰੀ ਮਨਾਵਾਂਗੇ। ਜੇ ਉਹ ਜਾਂਦੇ ਤੇ ਕਿਸੇ ਨੇ ਫੜ ਕੇ ਬਾਹਰ ਤੇ ਕੱਢ ਨਹੀਂ ਜਾਣਾ ਤੁਹਾਨੂੰ। ਤੁਸੀਂ ਜਾਓ, ਜਾ ਕੇ ਸਲਾਮੀ ਦਿਓ, ਤੁਹਾਨੂੰ ਕੌਣ ਰੋਕਦਾ? ਬਣਾਓ ਇੱਕ ਜਗ੍ਹਾ ਸਟੇਜ, ਜਦੋਂ ਟਰੈਕਟਰ ਜਾਂਦੇ ਸਲਾਮੀ ਦਿਓ, ਸਲੂਟ ਮਾਰੋ, ਉਹਨਾਂ ਨੂੰ ਵਾਕਿਆ ਜੀ ਤੁਹਾਡਾ ਸਵਾਗਤ ਕਰਦੇ ਅਸੀਂ। ਹੁਣ ਤੋਮਰ ਸਾਹਿਬ ਕੋਲ ਪੱਤਰ ਜਾਊਗਾ, ਉਹ ਆਪਣਾ ਜਵਾਬ ਕੀ ਦਿੰਦੇ ਆ ਉਹ ਤੇ ਬਾਅਦ ਦੀ ਗੱਲ, ਆਉਂਦੇ ਜਾਂ ਨਹੀਂ ਆਉਂਦੇ ਵੀ ਬਾਅਦ ਦੀ ਗੱਲ। ਲੇਕਿਨ ਸ਼੍ਰੋਮਣੀ ਕਮੇਟੀ ਦਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਉਪਰਾਲਾ ਹੈ, ਵਧੀਆ ਮਾੜਾ ਨਹੀਂ ਹੈਗਾ। ਸੁਝਾਅ ਉਹਨਾਂ ਦਾ ਵਧੀਆ ਵੀ ਆ ਕੇ ਮੰਤਰੀ ਸਾਹਿਬ ਨੂੰ ਲਈ ਸਲਾਮੀ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ ਜੀ। ਪਰ ਪੱਟੀ ਸਾਹਿਬ, ਮੈਨੂੰ ਲੱਗਦਾ ਮੋਦੀ ਸਰਕਾਰ ਬੁਰੀ ਤਰ੍ਹਾਂ ਨਾਲ ਬਖਲਾ ਗਈ ਹੈ। ਹੁਣ ਸਾਬਕਾ ਫੌਜੀਆਂ ਤੇ ਤਾਲਿਬਾਨੀ ਹੁਕਮ ਚਾੜਤਾ ਜੀ। ਵੇਖੋ ਵੈਸੇ ਤੇ ਬੇਸਿਕਲੀ ਜਿਹੜਾ ਇਹ ਹੈ ਵੀ ਜਦੋਂ ਉਹਨਾਂ ਦੀ ਕੋਈ ਆਪਣੀ ਪਰੇਡ ਹੁੰਦੀ ਆ, ਜਦੋਂ ਉਹਨਾਂ ਦੀ ਆਪਣੀ ਰੈਲੀ ਹੁੰਦੀ ਆ, ਉਦੋਂ ਵਰਦੀ ਪਾ ਕੇ ਤੇ ਮੈਡਲ ਲਾ ਕੇ ਜਾ ਸਕਦੇ ਜੀ। ਲੇਕਿਨ ਇਸ ਤਰ੍ਹਾਂ ਕਿਸੇ ਪ੍ਰੋਟੈਸਟ ਦੇ ਵਿੱਚ ਜਾਣਾ ਕੋਈ ਮੇਰੇ ਖਿਆਲ ਸ਼ਾਇਦ ਰੋਕ ਹੈਗੀ ਉਹਨਾਂ ਤੇ ਵੀ ਨਹੀਂ ਤੁਸੀਂ ਜਾ ਸਕਦੇ। ਇਹ ਪ੍ਰੋਟੈਸਟ ਆ ਸਰਕਾਰ ਦੇ ਖਿਲਾਫ, ਤੇ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਨਹੀਂ। 1 ਰੈਂਕ 1 ਪੈਨਸ਼ਨ ਤੇ ਜਾਂਦੇ ਰਹੇ ਜੀ ਪ੍ਰੋਟੈਸਟ ਤੇ। ਨਹੀਂ ਜਾਂਦੇ ਰਹੇ, ਉਹ ਉਹਨਾਂ ਦੀ ਆਪਣੀ ਮੰਗ ਸੀ ਨਾ ਜੀ। ਪ੍ਰੋਟੈਸਟ ਤਾਂ ਨਹੀਂ ਹੈਗਾ ਨਾ, ਜਿੱਦਾਂ ਦਾ ਪ੍ਰੋਟੈਸਟ ਕਿਸਾਨਾਂ ਦਾ ਪ੍ਰੋਟੈਸਟ ਆ। ਦੂਸਰੀ ਚੀਜ਼ ਆਪਾਂ ਗੱਲ ਕਰਦੇ ਆ ਵੀ ਜਦੋਂ ਇਹਨਾਂ ਦੇ ਆਪਣੇ ਮੰਤਰੀ ਜਿਹੜੇ ਹੈਗੇ ਨੇ, ਜਿਹੜੇ ਜਨਰਲ ਹੈਗੇ ਨੇ, ਇੱਕ ਵੀਕੇ ਸਿੰਘ
ਜੀ ਜਦੋਂ ਉਹਨਾਂ ਨੇ ਇੱਕ ਵਾਰੀ ਰੈਲੀ ਕੀਤੀ ਸੀ, ਬਕਾਇਦਾ ਤੌਰ ਤੇ ਸਾਬਕਾ ਫੌਜੀ ਸਾਰੇ ਦੇ ਸਾਰੇ ਆਪਣੀਆਂ ਵਰਦੀਆਂ ਪਾ ਕੇ, ਟੋਪੀਆਂ ਮਿਲਟਰੀ ਵਾਲੀਆਂ ਪਾ ਕੇ ਬਕਾਇਦਾ ਤੌਰ ਤੇ ਮੈਡਲ ਲਾ ਕੇ ਆਏ ਸੀ। ਜੀ ਉਦੋਂ ਭਾਜਪਾ ਦੇ ਹੱਕ ਚ ਹੋ ਰਹੀ ਸੀ ਤਾਂ ਉਹਦਾ ਸਵਾਗਤ ਕੀਤਾ ਗਿਆ ਸੀ ਉਹਨਾਂ ਦਾ। ਤੇ ਹੁਣ ਵੀ ਜੋ ਉਹ ਗੱਲ ਕਰ ਰਹੇ, ਕਿਉਂਕਿ ਬਹੁਤੇ ਜਿਹੜੇ ਸਾਡੇ ਕਿਸਾਨ ਦੇ ਪੁੱਤਰ ਨੇ ਉਹ ਬਹੁਤੇ ਫੌਜੀ ਜੀ ਬਾਕੀ ਬਰਾਦਰੀਆਂ ਦੀ ਹੈ ਨਹੀਂ। ਦੱਸੋ ਕਿੰਨੇ ਮੰਤਰੀਆਂ ਦੇ ਜਿਹੜੇ ਮੁੰਡੇ ਨੇ ਉਹ ਆਰਮੀ ਚ ਹੈਗੇ? ਇੱਕ ਵੀ ਮੰਤਰੀ ਦੱਸ ਦੇਵੇ ਜੀ। ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਇੱਕ ਮੰਤਰੀ ਨੇ ਕਹਿ ਦਿੱਤਾ ਸੀ ਕਿ ਲੋਕ ਆਰਮੀ ਦੇ ਵਿੱਚ ਤੇ ਪੁਲਿਸ ਵਿੱਚ ਮਰਨ ਵਾਸਤੇ ਭਰਤੀ ਹੁੰਦੇ ਆ। ਕਿਹੜੀ ਘਟੀਆ ਗੱਲ ਕੀਤੀ ਸੀ, ਉਹ ਤਾਂ ਬੜੀ ਫਰੀ ਟ੍ਰੋਲਿੰਗ ਬੜੀ ਹੋਈ ਸੀ, ਬੜਾ ਕੁਛ ਹੈ, ਲੇਕਿਨ ਮਾਫੀ ਵੀ ਕੀ ਮੰਗਣੀ ਸੀ ਉਹਨੇ, ਨਾ ਕਿਸੇ ਨੇ ਕੋਈ ਐਕਸ਼ਨ ਲਿਆ ਉਹਦੇ ਉੱਤੇ। ਜੀ ਜੀ। ਲੇਕਿਨ ਤੁਸੀਂ ਡੀਮੋਰਲਾਈਜ਼ ਕਰ ਰਹੇ ਨੌਜਵਾਨਾਂ ਦਾ ਮਤਲਬ ਸਰਕਾਰ ਦਾ ਕੰਮ ਹੁੰਦਾ ਉਹਨਾਂ ਦਾ ਮਰਾਦ ਉੱਪਰ ਚੁੱਕਣਾ, ਤੇ ਤੁਸੀਂ ਡੀਮੋਰਲਾਈਜ਼ ਕਰ ਰਹੇ ਉਹਨਾਂ ਨੂੰ ਜੀ। ਇਸ ਕਰਕੇ ਹੁਣ ਇਹਨਾਂ ਕੋਲ ਸਰਕਾਰ ਇੰਨੀ ਕੁ ਬਖਲਾ ਗਈ ਆ, ਉਹ ਸਿੱਧੇ ਪੁੱਠੇ ਕੰਮ ਕਰ ਰਹੀ ਆ। ਤੁਹਾਨੂੰ ਕਹਿਤਾ ਭਾਈ ਤੁਸੀਂ ਆਪਣੇ ਮੈਡਲ ਲਾ ਕੇ ਤੇ ਆਪਣੀਆਂ ਵਰਦੀਆਂ ਪਾ ਕੇ ਜਿਹੜੀ ਆ ਉਹ ਕਿਸਾਨ ਰੈਲੀਆਂ 'ਚ ਨਹੀਂ ਜਾ ਸਕਦੇ ਜੀ, ਪ੍ਰੋਟੈਸਟ ਸ਼ਾਮਲ ਨਹੀਂ ਹੋ ਸਕਦੇ, ਤੇ ਜੋ ਨਾ ਵੀ ਪਾ ਕੇ ਉਹਦੇ ਉੱਤੇ ਸਾਬਕਾ ਫੌਜੀ ਰਹਿਣੇ ਉਹਦੇ ਨਾਲ ਤੁਸੀਂ ਕੀ ਵਿਗਾੜ ਲਓਗੇ? ਉਹ 10 ਬੰਦੇ ਇਕੱਠੇ ਹੋ ਕਰਨਗੇ, ਸਾਬਕਾ ਫੌਜੀ ਅਸੀਂ ਕੀ ਕਰੋਗੇ ਤੁਸੀਂ ਜੀ। ਇਸ ਕਰਕੇ ਸਰਕਾਰ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ, ਜਿਸ ਨੂੰ ਉਹਦਾ ਸਤਿਕਾਰ ਤੁਹਾਨੂੰ ਤਿਆਗ ਦੇਣਾ ਚਾਹੀਦਾ। ਬਿਲਕੁਲ ਜੀ। ਸਰਕਾਰ ਨੂੰ ਜੇਕਰ ਗੱਲ, ਪਰ ਸਰਕਾਰ ਆ ਨਹੀਂ ਨਾ ਰਹੀ ਪੱਟੀ ਸਾਹਿਬ ਉਸ ਪਾਸੇ। ਆਏਗੀ, ਚਿੰਤਾ ਨਾ ਕਰੋ ਤੁਸੀਂ। ਹਾਂਜੀ, ਸਭ ਕੁਝ ਹੋਏਗਾ ਜੀ, ਆਏਗੀ ਸਭ ਕੁਝ। ਪਰ ਦੇਖੋ ਉਧਰ ਹਰਿਆਣੇ ਵਾਲਿਆਂ ਦੇਖ ਲਓ, ਕਹਿੰਦੇ ਘਰੇ ਖੜੇ ਟਰੈਕਟਰ ਦੀ ਚਲਾਨ ਭੇਜਣ ਲੱਗ ਪਈ ਹੈ। ਚਲੋ ਉਹਦੇ ਵਿੱਚ ਚੜੂਨੀ ਸਾਹਿਬ ਨੇ ਕਹਿ ਦਿੱਤਾ ਭਾਈ ਇੱਧਰ ਵਿਹਲੇ ਹੋ ਜਾਂਦੇ, ਮੁੜ ਕੇ ਤੇਰੇ ਪਾਸੇ ਕੱਟਣਾ ਸੀ। ਕੀ ਹੈ ਮਾਮਲਾ, ਕੀ ਹੈ ਜੀ ਸਾਰਾ ਇਹ ਮਾਮਲਾ? ਇਹ ਆ ਕਿ ਜਿਹੜੇ ਲੋਕ ਆਪਣੇ ਟਰੈਕਟਰ 26 ਜਨਵਰੀ ਵਾਸਤੇ ਲੈ ਕੇ ਜਾ ਰਹੇ ਨੇ ਜੀ, ਉਹਨਾਂ ਦੇ ਘਰਾਂ 'ਚ ਚਲਾਨ ਭੇਜੇ ਜਾ ਰਹੇ ਆ, ਜਿਹੜੀਆਂ ਰੂਲ ਆਫ ਰੋਡ ਦੀ ਉਲੰਘਣਾ ਕਰਨ ਦੇ ਮੋਟੇ ਚਲਾਨ ਭੇਜੇ ਜਾ ਰਹੇ ਆ ਕਿ ਇਹ ਜਾਣ ਨਾ ਤੇ ਲੋਕਾਂ ਬਾਕੀ ਨੂੰ ਪੈ ਜਾਣ ਵੀ ਤੁਸੀਂ ਕਹੇ ਤੁਹਾਡੇ ਵੀ ਜਿਹੜੇ ਚਲਾਨ ਏਦਾਂ ਕੀਤੇ ਜਾਣਗੇ ਜੀ। ਇਹ ਵੀ ਬੁਖਲਾੜ ਦੀ ਗੱਲ ਆ। ਖੱਟੜ ਸਾਹਿਬ ਤੁਹਾਡੀ ਸਰਕਾਰ ਇਸ ਵੇਲੇ ਜਿਹੜੀ ਵੈਂਟੀਲੇਸ਼ਨ ਤੇ ਪਈ ਆ, ਪਤਾ ਨਹੀਂ ਕਦੋਂ ਦੀ ਫੂਕ ਨਿਕਲ ਜਾਣੀ ਹੈ। ਤੁਸੀਂ ਕਿਹੋ ਜਿਹੇ ਕੰਮ ਕਰਨ ਦੇ ਲੋਕਾਂ 'ਚ ਰੋਸ ਵਧਾ ਰਹੇ ਹੋ। ਜੇ ਕੱਲ ਨੂੰ ਦੁਬਾਰਾ ਇਲੈਕਸ਼ਨ ਹੁੰਦੀ ਹੈ 40 ਸੀਟਾਂ ਦੀ ਵੀ ਨਹੀਂ ਹੋਣੀ ਤਾਂ ਮਿਲਣੀ ਤੁਹਾਨੂੰ। ਉਹਦੇ ਵਿੱਚ ਜਦੋਂ ਸਰਦਾਰ ਗੁਰਨਾਮ ਸਿੰਘ ਚਲੂਰੀ ਨੇ ਪੁੱਛਿਆ, ਜਿਹੜੇ ਕਿਸਾਨ ਆਗੂ ਨੇ ਹਰਿਆਣੇ ਤੋਂ, ਉਹਨਾਂ ਕਿਹਾ ਜੀ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਚਲਾਨ ਕਰਨ ਜੀ, ਸਾਨੂੰ ਵਾਪਸ ਕਰਾਉਣੇ, ਇਹਦੇ ਚਲਾਨ ਕਿਵੇਂ ਵਾਪਸ ਕਰਾਉਣੇ ਅਸੀਂ। ਉਹਨਾਂ ਹਰਿਆਣਾ ਦੇ ਕਿਸਾਨਾਂ ਨੇ ਕਿ ਤੁਸੀਂ ਵੱਡੀ ਪੱਧਰ ਤੇ ਆਓ, ਮੈਂ ਵੇਖ ਲੂੰਗਾ ਤੁਹਾਡੇ ਚਲਾਨ ਕਿਵੇਂ ਕਰਦੇ ਜੀ। ਉਹਨਾਂ ਨੇ ਧੱਕਾ ਵੀ ਮਾਰਤਾ ਸਰਕਾਰ ਨੂੰ ਵੀ ਤੁਸੀਂ ਆਪਣੇ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੋ। ਇਹ ਜਿਹੜਾ ਟਰੈਕਟਰ ਆ ਇਹ ਤੇ ਤੁਸੀਂ ਚਲਾਨ ਵੈਸੇ ਨਹੀਂ ਕਰ ਸਕਦੇ। ਤੁਹਾਨੂੰ ਪਤਾ ਹੋਏਗਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ 1977 ਚ, ਉਹਨੇ ਕਹਿਤਾ ਸੀ ਜਿਹੜਾ ਟਰੈਕਟਰ ਆ ਉਹ ਜੱਟ ਦਾ ਗੱਡਾ ਵਾ ਜੀ। ਬਿਲਕੁਲ, ਉਹ ਕਿਸਾਨ ਦਾ ਗੱਡਾ ਵਾ, ਇਹਨੂੰ ਕੋਈ ਲੋੜ ਨਹੀਂ ਉਹਦੀ ਲਾਇਸੈਂਸ ਦੀ, ਕਿਸੇ ਚੀਜ਼ ਲੋੜ ਨਹੀਂ ਹੈਗੀ। ਲੇਕਿਨ ਲਾਇਸੈਂਸ ਦੀ ਉਦੋਂ ਲੋੜ ਪੈਂਦੀ ਸੀ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਸੀ, ਟਰੈਕਟਰ ਦਾ ਕਲੇਮ ਲੈਣਾ ਹੁੰਦਾ ਸੀ, ਇੰਸ਼ੋਰੈਂਸ ਕੰਪਨੀ ਕਹਿੰਦੀ ਸੀ ਨਹੀਂ ਵੀ ਅਸੀਂ ਨਹੀਂ ਮੰਨਦੇ ਤੁਹਾਡੇ ਮੰਤਰੀ ਆਰਡਰ ਨੂੰ, ਸਾਨੂੰ ਲਾਇਸੈਂਸ ਦਿਓ। ਜੇ ਤੁਹਾਡੇ ਕੋਲ ਟਰੈਕਟਰ ਦਾ ਹੈਗਾ, ਜੇ ਨਹੀਂ ਹੈਗਾ ਤਾਂ ਤੁਹਾਡਾ ਕਲੇਮ ਰਿਜੈਕਟ ਜੀ। ਤੇ ਫਿਰ ਉੱਥੇ ਟਰੈਕਟਰ ਵਾਲਾ ਲਾਇਸੈਂਸ ਵਾਲਾ ਬੰਦਾ ਬਣਾਉਣਾ ਪੈਂਦਾ ਸੀ ਉੱਤੇ। ਇਸ ਕਰਕੇ ਜਿਹੜਾ ਹਰਿਆਣੇ ਦੇ ਵਿੱਚ ਚੁਗਨੀ ਸਾਹਿਬ ਨੇ ਕਹਿਤਾ, ਉਹਦੇ ਤੇ ਕਿਸਾਨਾਂ ਤੇ ਥੋੜੀ ਜਿਹੜੀ ਉਤਸ਼ਾਹ ਵਧਿਆ ਵਾ, ਲੇਕਿਨ ਸਰਕਾਰ ਕਿਸੇ ਪਾਸੇ ਵੀ ਘੱਟ ਨਹੀਂ ਕਰ ਰਹੀ, ਹਰ ਹੀਲਾ ਵਰਤ ਰਹੀ ਹੈ ਕਿ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਫੇਲ ਕੀਤਾ ਜਾਏ। ਲੇਕਿਨ ਜਿਉਂ ਸਰਕਾਰਾਂ ਇਹ ਆਪਣੇ ਹੱਥ ਕੰਡੇ ਟੇਢੇ ਮੇਢੇ ਵਰਦੀਆਂ ਤੇ ਉਹਨਾਂ ਦੇ ਵਿੱਚ ਕਿਸਾਨਾਂ ਤੋਂ ਉਤਸ਼ਾਹ ਵਧ ਰਿਹਾ ਜੀ। ਬਿਲਕੁਲ ਜੀ, ਕਿਸਾਨਾਂ ਨੂੰ ਜਿੰਨਾ ਦਬਾਓਗੇ ਉਨਾ ਤਾਂ ਵਧਣਾ ਹੀ ਵਧਣਾ ਜੀ। ਜੀ 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 ਹਾਂਜੀ, ਪਰ ਗੱਲ ਕਰੀਏ ਹੁਣ ਤਾਂ ਕਿਸਾਨ ਜਥੇਬੰਦੀਆਂ ਦੀ ਵਿੱਚ ਜਿਹੜੀ 26 ਜਨਵਰੀ ਦੀ ਟਰੈਕਟਰ ਰੈਲੀ ਨੂੰ ਕੋਈ ਗੱਲ ਬਣ ਰਹੀ ਹੈ ਆਪਸ ਵਿੱਚ ਕਿ ਨਹੀਂ? ਵੇਖੋ ਜੀ, ਜਿਹੜੀ ਅੱਜ ਮੀਟਿੰਗ ਨੇ ਦਿੱਲੀ ਪੁਲਿਸ ਦੇ ਨਾਲ ਹੋਈ ਆ, ਉਹਦੇ ਵਿੱਚ ਇਹਨਾਂ ਨੇ ਕਿਸਾਨਾਂ ਨੇ ਕਹਿਤਾ ਕਿ ਅਸੀਂ ਤੁਹਾਨੂੰ ਆਪਣਾ ਰੋਡ ਮੈਪ ਪਹਿਲਾਂ ਦੇ ਦਿੱਤਾ ਜੀ। ਅਸੀਂ ਇਹ ਵੀ ਕਹਿਤਾ ਵੀ ਸਰਕਾਰੀ ਸਮਾਗਮਾਂ ਤੋਂ ਬਾਅਦ ਅਸੀਂ ਆਪਣਾ ਰਿੰਗ ਰੋਡ ਤੇ ਜਾਵਾਂਗੇ, ਅਸੀਂ ਅੰਦਰ ਨਹੀਂ ਜਾਵਾਂਗੇ। ਲੇਕਿਨ ਜਿਹੜੀ ਪੁਲਿਸ ਆ ਉਹ ਕਹਿੰਦੀ ਤੁਸੀਂ KMT ਰੋਡ ਜਿਹੜੀ ਆ ਉਹ ਵਰਤੋ, ਜਿਹੜੀ ਕੁੰਡਲੀ ਮਾਨੇਸਰ ਤੇ ਪਲਵਲ ਰੋਡ, ਪਲਵਲ ਉਹੀ ਆ ਜੀ। ਹਾਂ, ਪਹਿਲਾਂ ਤੁਸੀਂ ਕੀਤਾ ਜੀ, ਉੱਤੇ ਕਰ ਲਓ। ਕਹਿੰਦੇ ਨਹੀਂ, ਹਾਂ ਉਹ ਤਾਂ ਹਰਿਆਣੇ ਚ, ਹਰਿਆਣੇ ਤੇ ਯੂਪੀ ਚ, ਗੱਲ ਤਾਂ ਦਿੱਲੀ ਦੀ ਆ। ਨਹੀਂ ਨਾਲ ਹੀ ਹੈ ਜੀ, ਸਾਰੀ ਪੁਲਿਸ। ਨਹੀਂ ਬਾਈ ਜੀ, ਗੱਲ ਇਹ ਹੈ ਨਾ, ਦੇਖੋ
ਕਹਿਣ ਨੂੰ ਮਰਜ਼ੀ ਆਖੀ ਜਾਓ ਹਰਿਆਣਾ ਜੇ ਹੁਣ ਤੁਸੀਂ ਤੁਰੇ ਫਿਰੋ ਅੰਮ੍ਰਿਤਸਰ ਦੇ ਵਿੱਚ ਤਾਂ ਤਰਨਤਾਰਨ ਪੁਲਿਸ ਤਾਂ ਕਹਿਣ ਨੂੰ ਤਾਂ ਸਰਹੱਦ ਲੱਗਦੀ ਹੈ ਪਰ ਜੇ ਸਿੱਧੀ ਗੱਲ ਕਰੀਏ ਫਰਕ ਬਹੁਤ ਹੈ ਕਈ ਥਾਵਾਂ ਦੇ ਉੱਤੇ 40-40 ਕਿਲੋਮੀਟਰ ਦਾ ਫਰਕ ਹੈ। ਮੇਰੀ ਬੇਨਤੀ ਸੁਣੋ ਵੀ ਉਹਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਤਿੰਨਾਂ ਸਟੇਟਾਂ ਦੀ ਪੁਲਿਸ ਉੱਥੇ ਹਾਜ਼ਰ ਹੁੰਦੀ ਹੈ। ਹਾਂ ਫੇਰ ਕਹੋ ਨਾ ਪਰ ਦਿੱਲੀ ਪੁਲਿਸ ਤਾਂ ਨਹੀਂ ਨਾ ਇਹ ਕਹਿ ਸਕਦੀ ਵੀ ਕਿਸੇ ਦੇ ਘਰੇ ਕਰੋ। ਹੁੰਦੀ ਹੈ, ਹਰਿਆਣਾ ਪੁਲਿਸ ਹੁੰਦੀ ਹੈ, ਯੂਪੀ ਪੁਲਿਸ ਹੁੰਦੀ ਹੈ, ਤਿੰਨਾਂ ਪੁਲਿਸ ਨਾਲ ਗੱਲ ਹੁੰਦੀ ਹੈ ਬਕਾਇਦਾ ਤੌਰ ਤੇ। ਹੋ ਸਕਦਾ ਵੀ ਕੁਝ ਪਾਵਰਸ ਉਹਨਾਂ ਦਿੱਲੀ ਦੇ ਕਮਿਸ਼ਨ ਦੇ ਦਿੱਤੀਆਂ ਵੀ ਤੁਸੀਂ ਜੋ ਫੈਸਲਾ ਕਰੋਗੇ ਠੀਕ ਕਰੋਗੇ। ਗੱਲ ਤੇ ਇੱਕੋ ਹੀ ਹੈ, ਗੱਲ ਤੇ ਬੀਜੇਪੀ ਦੀ ਹੈ। ਹਾਂ ਪੁਲਿਸ ਦੀ ਗੱਲ ਹੀ ਕੋਈ ਨਹੀਂ ਹੈਗੀ। ਪਰ ਤਿੰਨਾਂ ਦੇ ਜਿਹੜੀਆਂ ਸਟੇਟਾਂ ਨੇ ਉੱਥੇ ਬਕਾਇਦਾ ਤੌਰ ਤੇ ਬੀਜੇਪੀ ਦਾ ਹੋਲਡ ਹੈ, ਬੀਜੇਪੀ ਦੀਆਂ ਸਰਕਾਰਾਂ ਵਾ। ਇਸ ਕਰਕੇ ਜਿਹੜਾ ਵਾ ਉਹ ਹੀ ਗੱਲ ਕਹਿ ਰਹੇ ਨੇ ਜੀ। ਹੁਣ ਇਹ ਕਹਿੰਦੇ ਅਸੀਂ ਤੁਹਾਨੂੰ 60 ਕਿਲੋਮੀਟਰ ਦਾ ਰੂਟ ਦਿੱਤਾ ਰਿੰਗ ਰੋਡ ਦਾ ਸੀ ਵੀ ਤੁਰੇ ਫਿਰੋ। ਹਾਂਜੀ ਜੇ ਰਿੰਗ ਰੋਡ ਤੇ ਸਾਨੂੰ ਤੁਸੀਂ ਜਾਣ ਦੇਣਾ ਤੇ ਫਿਰ ਅਸੀਂ ਜਾਵਾਂਗੇ। ਕੇਟ ਕੈਸ ਨੇ ਕਹਿਤਾ ਜੀ ਵੇਖੋ ਜੀ ਜੇ ਸਾਨੂੰ ਰੋਕਣਗੇ ਜਾਂ ਟਾਂਡਿਆਂ ਰੂ ਜਾਂ ਭਾਂਡਿਆਂ ਰੂ ਫਿਰ ਜੋ ਕਰਨਾ ਕਰ ਲੈਣ। ਜਦੋਂ ਅਸੀਂ ਰੋਡ ਮੈਪ ਇਹਨਾਂ ਦਿੱਤਾ ਆਪਣਾ ਅਸੀਂ ਜਿਹੜੀਆਂ ਆਪਣੀਆਂ ਜੇ ਇਹ ਆਪਣੇ ਉੱਥੇ ਅੱਗੇ ਟੈਂਕ ਖੜੇ ਕਰਨਗੇ ਤੇ ਅਸੀਂ ਜੇਸੀਬੀ ਸਾਨੂੰ ਨੂੰ ਹਟਾਉਣ ਵਾਸਤੇ ਨਾਲ ਲੈ ਕੇ ਆਵਾਂਗੇ ਜੀ। ਰੋਕਾਂ ਖੜੇ ਕਰਨਗੇ ਅਸੀਂ ਤਾਂ ਨਾਲ ਲੈ ਕੇ ਆਵਾਂਗੇ। ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਦੇ ਕਹਿਣ ਦੇ ਬਾਵਜੂਦ ਹੀ ਬਹੁਤ ਸਾਰੇ ਟਰੈਕਟਰ ਇਹੋ ਜਿਹੇ ਤਿਆਰ ਕਰ ਲਏ ਜਿਹੜੀਆਂ ਰੋਕਾਂ ਹਟਾਉਣ ਵਾਸਤੇ ਕਾਰਗਰ ਸਿੱਧ ਹੋਣ ਜੀ। ਜਿਨ੍ਹਾਂ ਦੇ ਨਾਲ ਰੋਕਾਂ ਹਟਾਉਣੀਆਂ ਬਹੁਤ ਸੌਖੀਆਂ ਹੋਣਗੀਆਂ ਉਹਨਾਂ ਨੇ ਇਹੋ ਜਿਹੇ ਆਪਣੇ ਜੁਗਾੜ ਫਿੱਟ ਕਰ ਲਏ ਦੇ ਨਾਲ। ਇਸ ਕਰਕੇ ਦਿੱਲੀ ਪੁਲਿਸ ਕਹਿ ਤੇ ਗਈ ਆ ਵੀ ਅਸੀਂ ਰੋਕਾਂਗੇ ਤੁਹਾਨੂੰ ਅਸੀਂ ਨਹੀਂ ਕਰਨ ਦੇਵਾਂਗੇ ਲੇਕਿਨ ਜੇ ਰੋਕਿਆ ਤੇ ਤਾਂ ਵੀ ਬੱਲੇ ਬੱਲੇ ਤੇ ਜੇ ਇਹਨਾਂ ਦੀ ਰੈਲੀ ਹੋਗੀ ਤਾਂ ਵੀ ਬੱਲੇ ਬੱਲੇ ਜੀ। ਕਿਸਾਨ ਨੂੰ ਕੋਈ ਫਰਕ ਨਹੀਂ ਪੈਣਾ ਗਾ। ਜੋ ਫਰਕ ਪੈਣਾ ਸਰਕਾਰ ਨੂੰ ਪੈਣਾ। ਵੇਖੋ ਜੀ ਛੁਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਡਿੱਗੇ ਨੁਕਸਾਨ ਖਰਬੂਜੇ ਦਾ ਹੀ ਹੋਣਾ। ਵੱਡਿਆ ਖਰਬੂਜੇ ਤੇ ਜਾਣਾ ਜੀ। ਇਸ ਕਰਕੇ ਕਿਸਾਨਾਂ ਨੇ ਉਹਨਾਂ ਨੂੰ ਸਪਸ਼ਟ ਸ਼ਬਦਾਂ ਤੇ ਕਹਿ ਦਿੱਤਾ ਵੀ ਭਾਈ ਅਸੀਂ ਬਿਲਕੁਲ ਨਹੀਂ ਜੋ ਰੋਡ ਮੈਪ ਅਸੀਂ ਦੇਤਾ ਪਹਿਲਾਂ ਦੇ ਚੁੱਕੇ ਆ ਤੁਹਾਨੂੰ। ਤੁਸੀਂ ਬਾਰ-ਬਾਰ ਸਾਨੂੰ ਪਰੇਸ਼ਾਨ ਨਾ ਕਰੋ। ਪਹਿਲਾਂ ਤੁਸੀਂ ਸਾਡੇ ਕੋਲ ਆਏ ਤੁਸੀਂ ਰੈਲੀ ਨਾ ਕਰੋ ਜੀ ਟ੍ਰੈਫਿਕ ਜਾਮ ਹੋ ਜਾਊਗੀ। ਹੁਣ ਤੁਸੀਂ ਕਹਿਤਾ ਜੀ KMP ਰੋਡ ਤੇ ਕਰ ਲਓ। ਕੀ ਗੱਲ KMP ਰੋਡ ਤੇ ਟ੍ਰੈਫਿਕ ਨਹੀਂ ਹੈਗੀ? ਇਸ ਕਰਕੇ ਅਸੀਂ ਜੋ ਰੂਟ ਬਣਾਇਆ ਵਾ ਰੋਡ ਮੈਪ ਬਣਾਇਆ ਵਾ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ ਅਸੀਂ ਜਿਹੜਾ ਸੀ ਇਹ ਰੈਲੀ ਕਰਾਂਗੇ ਪਲੀਡ ਕਰਾਂਗੇ ਅਸੀਂ। ਆਓ ਜੇ ਤੁਸੀਂ ਸਾਥ ਦੇਣੇ ਚਾਹੁੰਦੇ ਸਾਡੇ ਧੀਆਂ ਪੁੱਤ ਦੀ ਸਾਡੇ ਭੈਣ ਭਰਾ ਲੈਗੇ ਜੀ ਸਾਡਾ ਸਗੋਂ ਸਾਥ ਦਿਓ। ਹੁਣ ਵੇਖੋ ਜੀ 26 ਤੋਂ ਉਹਨਾਂ ਦੇ ਲਲਕਾਰਾ ਮਾਰਤਾ ਕਿ ਕੀ ਬੰਦਾ ਕੀ ਨਹੀਂ ਮੰਨਦਾ ਜੀ। ਰੋਕਦੀ ਦਿੱਲੀ ਪੁਲਿਸ ਨਹੀਂ ਰੋਕਦੀ। ਤੇ ਹੁਣ ਥੋੜੀ ਜੀ ਗੱਲ ਜਿਵੇਂ ਆਪਾਂ ਕਿਹਾ ਕਿ ਹਰਿਆਣੇ ਵਾਲੇ ਵੀ ਇਸ ਕੰਮ ਤੇ ਹੋ ਗਏ ਦਿੱਲੀ ਵੀ ਪੁਲਿਸ ਇਸ ਕੰਮ ਤੇ ਹੋ ਗਈ ਸਾਰਾ ਕੁਛ ਹੋ ਗਿਆ ਹਾਂਜੀ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਲੱਗੇ ਹੋਏ ਨੇ ਵੀ ਆਪਾਂ ਕਿਸਾਨਾਂ ਦੇ ਪੈਰ ਨਾ ਲੱਗਣ ਦੇਈਏ ਜੀ। ਪਰ ਗੱਲ ਇਹ ਹੈ ਵੀ ਕਹਿੰਦੇ ਹੁਣ ਵੀ ਜਿਹੜਾ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਜਾਂ ਹੱਤਿਆ ਹੋਈ ਆ ਉਹਦੇ ਕਨੈਕਸ਼ਨ ਕੌਣ ਜੋੜ ਰਿਹਾ ਖਾਲਿਸਤਾਨੀਆਂ ਨਾਲ? ਜਿਹੜਾ ਕਾਮਰੇਡ ਬਲਵਿੰਦਰ ਸਿੰਘ ਹੈ ਜੀ ਇਹਦੇ ਬਾਰੇ ਤੁਹਾਨੂੰ ਇਹ ਪਤਾ ਹੋਏਗਾ ਵੀ ਇਹਦੇ ਜਿਹੜਾ ਕਤਲ ਸੀ 16 ਅਕਤੂਬਰ 2020 ਨੂੰ ਹੋਇਆ ਸੀ ਜੀ। ਘਰ ਆ ਕੇ ਸਵੇਰੇ 2 ਜੂਨ ਨੂੰ ਇਹਨਾਂ ਨੂੰ ਗੋਲੀ ਮਾਰ ਕੇ ਜੀ ਇੱਕ ਪਿੱਛੇ ਖੜਾ ਸੀ 3 ਜਾਣੇ ਜੀ। ਉਹ ਗੋਲੀ ਮਾਰਨ ਤੋਂ ਬਾਅਦ ਇਹਨਾਂ ਨੇ ਕੁਝ ਬੰਦੇ ਪੁਲਿਸ ਨੇ ਅਰੈਸਟ ਕੀਤੇ ਤੇ ਇਹਨਾਂ ਕਹਿਤਾ ਜੀ ਇਹ ਗੈਂਗਵਾਰ ਗੈਂਗ ਕਿਸੇ ਉਹਨਾਂ ਦੇ ਬੇਟੇ ਨਾਲ ਜੋੜਿਆ ਕਿ ਉਹਨਾਂ ਦੇ ਬੇਟੇ ਦਾ ਝਗੜਾ ਆਇਆ ਸੀ ਜੇਲ੍ਹ 'ਚ ਗਿਆ ਸੀ ਝਗੜਾ ਆਇਆ ਇਸ ਕਰਕੇ ਹੋਇਆ ਜੀ। ਲੇਕਿਨ ਉਦੋਂ ਬਾਅਦ ਇਹਨਾਂ ਨੇ 15-16 ਬੰਦੇ ਫੜੇ ਉਹ ਵੀ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੀ। ਉਦੋਂ ਬਾਅਦ ਇਹਨਾਂ ਨੇ ਕਹਿਤਾ ਵੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਉਹਦਾ ਪੁਰਜਾ ਕਰਕੇ ਤੇ ਇਹਨਾਂ ਨੇ ਦਰਿਆ ਸੁੱਟਤਾ ਸੀ। ਅਸੀਂ ਫਰੇਮ ਲੱਭ ਕੇ ਲੈ ਕੇ ਦਰਿਆ ਦੇ ਵਿੱਚ ਉਹ ਫਰੇਮ ਵਿਖਾਉਂਦੇ ਸੀ ਪੱਤਰਕਾਰਾਂ ਜੀ। ਉਹਦੀ ਫੋਟੋ ਵੀ ਛਪੀ ਸੀ। ਉਸ ਤੋਂ ਬਾਅਦ ਕੀ ਕੀਤਾ ਵੀ ਦਿੱਲੀ ਪੁਲਿਸ ਨੇ ਇੱਕ ਰੇਡ ਕਰਕੇ ਇੱਕ ਜਿਹੜਾ ਸੀ ਇੰਟਰਸਟੇਟ ਗੈਂਗ ਜਿਹੜਾ ਸੀ ਅੱਤਵਾਦੀ ਜਥੇਬੰਦੀ ਜੀ ਮੁਜਾਹਿਦੀਨ ਜਿਹਦੇ ਵਿੱਚ ਆਪਣੇ ਉਹ ਸ਼ਾਮਲ ਸੀਗੇ ਜੰਮੂ ਕਸ਼ਮੀਰ ਦੇ ਵਿਧਾਇਕ ਸ਼ਾਮਲ ਸੀਗੇ। ਉਹਦੇ ਚ 5 ਬੰਦੇ ਫੜੇ ਸੀਗੇ ਜੀ। ਉਹਦੇ 2 ਮੁੰਡੇ ਸੀ ਸੁਖਦੀਪ ਸਿੰਘ ਤੇ ਗੁਰਜੀਤ ਸਿੰਘ ਪੰਜਾਬ ਦੇ ਜੀ। ਇਹ ਫੜੇ ਗਏ ਸੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਸੀਗੀ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਇਹਨਾਂ ਕਿਹਾ ਸੀ ਕਿ ਇਹ ਕਤਲ ਜਿਹੜਾ ਵਾ ਅਸੀਂ ਲਖਬੀਰ ਸਿੰਘ ਰੋਡੇ ਦੇ ਕਹਿਣ ਤੇ ਕੀਤਾ ਜੀ। ਇਹਦੇ ਪਿੱਛੇ ਜਿਹੜਾ ਸੁੱਖਾ ਭਿਖਾਰੀਵਾਲ ਜਿਹੜਾ ਵਿਦੇਸ਼ ਤੋਂ ਲੈ ਕੇ ਆਏ ਹੁਣ ਵਾਪਸੀ ਕੀਤੀ ਉਹਦੀ ਉਹ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਅਸੀਂ ਉਹਦੇ ਕਹਿਣ ਤੇ ਕੀਤਾ ਸੀ ਫਰੋਦੀ ਲੈ ਕੇ ਕੀਤਾ ਸੀ ਜੀ। ਹੁਣ ਇਹਨਾਂ ਕਤਲ ਕਰ ਦਿੱਤਾ ਇਹ ਕਤਲ ਬਣ ਗਏ ਲੇਕਿਨ ਤਾਰਾਂ ਕਿੱਥੇ ਜੁੜਦੀਆਂ?
ਹੁਣ ਜੇ ਉਹਦੀ ਘੋਖ ਕੀਤੀ ਜਾਵੇ ਤਾਰਾ ਜਸਵੀਰ ਸਿੰਘ ਰੋਡੇ ਨਾਲ ਜੁੜਦੀਆਂ ਤੇ ਉਦੋਂ ਨਾਲ ਜੁੜਦੀਆਂ ਜਾ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ। ਜੀ ਉਹਨਾਂ ਨੇ ਪੈਸੇ ਦੇ ਕੇ ਮਰਵਾਉਣ ਦੀ ਗੱਲ ਕੀਤੀ ਹੈ। ਜਿਹੜਾ ਕਾਮਰੇਡ ਬਲਵਿੰਦਰ ਸਿੰਘ ਦਾ ਪਰਿਵਾਰ ਉਹ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਵੀ ਇਹ ਅੱਤਵਾਦੀ ਜਥੇਬੰਦੀ ਹੈ, ਅੱਤਵਾਦੀ ਹੈ, ਸਾਡਾ ਬੰਦਾ ਮਾਰਿਆ, ਖਾੜਕੂ ਨੇ ਮਾਰਿਆ, ਸਾਡਾ ਕਿਸੇ ਨੂੰ ਵੈਰ ਵਿਰੋਧ ਹੈ ਹੀ ਨਹੀਂ। ਪੁਲਿਸ ਕਹਿੰਦੀ ਨਹੀਂ। ਪੁਲਿਸ ਦਾ ਕਹਿਣ ਦਾ ਕਿਉਂ ਕਹਿੰਦੀ ਆ? ਕਿਉਂਕਿ ਜਿਹੜੇ ਸਾਡੇ ਦਈਆ ਸਾਹਿਬ ਉੱਥੇ SSP ਹੁੰਦੇ ਸੀ, ਇਹਨਾਂ ਨੇ ਲਿਖ ਕੇ ਦੇ ਦਿੱਤਾ ਸੀ ਵੀ ਬਲਵਿੰਦਰ ਸਿੰਘ ਕਾਮਰੇਡ ਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਜੀ। ਜਦੋਂ ਕਿ ਪਿਛਲੇ ਮੇਰੇ ਖਿਆਲ 20-25 ਸਾਲ ਤੋਂ 36 ਸਾਲ ਹੀ ਵਿਗੜੇ ਉਹਦੇ ਕੋਲ ਸਿਕਿਉਰਿਟੀ ਹੈਗੀ। ਜਦੋਂ ਸਿਕਿਉਰਿਟੀ ਦਿੱਤੀ ਗਈ ਸੀ ਉਹਨੂੰ ਇਸ ਕਰਕੇ ਦਿੱਤੀ ਗਈ ਸੀ ਕਿ ਉਹਨੇ ਮੁੰਡਿਆਂ ਨਾਲ ਜਿਹੜੇ ਮੁਕਾਬਲੇ ਹੋਏ ਸੀ 200 ਤੇ ਹਮਲਾ ਹੋਇਆ ਸੀ, 200 ਹਮਲਾ ਦੇ ਘਰ ਦੇ ਜੀ 200 ਹਮਲੇ ਟਾਕਰਾ ਕੀਤਾ ਸੀ ਇਹਨੇ। ਪਹਿਲੀਆਂ ਉਹ ਲੱਲੂ ਜਿਹੀਆਂ ਬੰਦੂਕਾਂ ਨੂੰ ਹੁੰਦੀਆਂ 303 ਉਹ ਕਦੀ ਚੱਲਦੀ ਸੀ ਕਦੀ ਨਹੀਂ ਚੱਲਦੀ ਜੀ। ਫਿਰ ਦੁਨਾਲੀ ਨਾਲ ਹਮਲੇ ਜਿਹੜਾ ਮੁਕਾਬਲਾ ਕਰਦੇ ਰਹੇ। ਉਸ ਤੋਂ ਬਾਅਦ ਮੁੜ ਕੇ ਇਹਨਾਂ ਨੂੰ ਐਸਲ ਮਿਲ ਗਈ ਨਾਲ ਗਨਮੈਨ ਮਿਲ ਕੇ ਫਿਰ ਉੱਥੇ ਮੁਕਾਬਲਾ ਕਰਦੇ ਰਹੇ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸ਼ੌਰੀਆ ਚੱਕਰ ਇੱਕੇ ਘਰ ਦੇ ਵਿੱਚ 4 ਸ਼ੌਰੀਆ ਚੱਕਰ ਬਲਵਿੰਦਰ ਸਿੰਘ ਕਾਮਰੇਡ ਦਾ ਭਰਾ ਜਿਹੜਾ ਰਣਜੀਤ ਸਿੰਘ ਆ ਉਹ ਰੋਡਵੇਜ਼ ਚ ਉਹਨੂੰ ਵੀ ਮਿਲਿਆ, ਉਹਦੀ ਪਤਨੀ ਬਲਰਾਜ ਕੌਰ ਨੂੰ ਮਿਲਿਆ ਤੇ ਜਿਹੜੀ ਇਹਦੀ ਜਗਦੀਸ਼ ਕੌਰ ਪਤਨੀ ਬਲਵਿੰਦਰ ਸਿੰਘ ਕਾਮਰੇਡ ਇਹਨਾਂ 4 ਸ਼ੌਰੀ ਚੱਕਰ ਮਿਲੇ ਸੀ ਜੀ। ਬਕਾਇਦਾ ਤੌਰ ਤੇ ਜਹਾਜ਼ ਜਿਹੜਾ ਸੀ ਦਿੱਲੀ ਤੋਂ ਇੱਥੇ ਰਾਜਾ ਸਿੰਘ ਏਅਰਪੋਰਟ ਤੇ ਲੈਣ ਵਾਸਤੇ ਆਇਆ ਸੀ ਜੀ। ਰਾਸ਼ਟਰਪਤੀ ਨੇ ਛੌਰੀ ਚੱਕਰ ਦਿੱਤੇ ਸੀ। ਛੌਰੀਆ ਚੱਕਰ ਉਸ ਦਾ ਜਿਹਨੇ ਕੋਈ ਦੇਸ਼ ਵਾਸਤੇ ਕੋਈ ਵੱਡੀ ਕੁਰਬਾਨੀ ਕੀਤੀ ਹੋਵੇ ਜੀ। ਹੁਣ ਛੌਰੀਆ ਚੱਕਰ ਦੇਣ ਵਾਲੇ ਨੂੰ ਤੁਸੀਂ ਸਿਕਿਉਰਿਟੀ ਦੀ ਵਾਪਸ ਕਦੀ ਵੀ ਨਹੀਂ ਲੈ ਸਕਦੇ। ਹੁਣ ਦਈਏ ਨੇ ਲਿਖ ਕੇ ਦਿੱਤਾ ਵੀ ਇਹਨੂੰ ਸਿਕਿਉਰਿਟੀ ਦੀ ਲੋੜ ਨਹੀਂ, ਅੱਜ ਕੱਲ ਕੋਈ ਹਾਲਾਤ ਠੀਕ ਨਾਲ ਲੋੜ ਨਹੀਂ, ਉਦੋਂ ਬਾਅਦ ਮਰਡਰ ਹੋ ਗਿਆ। ਹੁਣ ਪੁਲਿਸ ਤੇ ਸਰਕਾਰ ਆਪਣੀ ਖੱਲ ਬਚਾਉਣ ਦੀ ਖਾਤਰ ਕਹਿ ਰਹੀ ਆ ਵੀ ਇਹ ਅੱਤਵਾਦੀ ਘਟਨਾ ਨਹੀਂ। ਲੇਕਿਨ ਇਹ ਸੁਖਦੀਪ ਸਿੰਘ ਦੀ ਤੇ ਜਿਹੜਾ ਗੁਰਜੀਤ ਸਿੰਘ ਆ ਇਹਦੀ ਇੰਟਰੋਗੇਸ਼ਨ ਸਾਬਤ ਕਰਤਾ ਵੀ ਇਹ ਅੱਤਵਾਦੀ ਘਟਨਾ ਹੈਗੀ ਹੈ ਜੀ। ਇਹਦੇ ਵਿੱਚ ਬਲਵਿੰਦਰ ਸਿੰਘ ਕਾਮਰੇਡ ਦੀ ਪਤਨੀ ਜਿਹੜੀ ਜਗਦੀਸ਼ ਕੌਰ ਸੰਧੂ ਆ ਉਹਨੇ CBI ਇੱਕ ਹਾਈ ਕੋਰਟ ਚ ਕੇਸ ਵੀ ਪਾਇਆ। ਉਹ ਕੇਸ ਵੀ ਚੱਲ ਰਿਹਾ ਵਾ। ਜੇ ਕਿਤੇ ਉਹ ਸਾਬਤ ਹੋ ਜਾਂਦਾ ਵਾ ਵਾਕਿਆ ਵੀ ਇਹ ਅੱਤਵਾਦੀ ਘਟਨਾ ਵਾ ਤੇ ਇਹਦੇ ਵਿੱਚ ਜਿਹੜਾ ਤਤਕਾਲੀ ਪੁਲਿਸ ਅਫਸਰ ਤੇ ਸਿਵਲ ਅਧਿਕਾਰੀ ਆ ਇਹ ਕਟਹਿਰੇ 'ਚ ਖੜੇ ਹੋਣਗੇ ਜੀ ਵੀ ਦੱਸੋ ਵੀ ਤੁਸੀਂ ਆਹ ਜਿਹੜੀ ਤੁਹਾਡੀ ਗਲਤੀ ਕਰਕੇ ਘਟਨਾ ਵਾਪਰੀ ਦਾ ਕੀ ਜਵਾਬ ਦਿੰਦੇ ਹੋ ਤੁਸੀਂ? ਸਰਕਾਰ ਨੂੰ ਵੀ ਜਵਾਬ ਦੇਣਾ ਪਏਗਾ, ਕੈਪਟਨ ਸਰਕਾਰ ਨੂੰ ਇਹਦੇ ਵਿੱਚ ਵੀ ਤੁਹਾਡੇ ਕੋਲ ਕੱਲੀ ਪੁਲਿਸ ਨਹੀਂ ਹੈਗੀ, ਤੁਹਾਡੇ ਕੋਲ CID ਹੈ, ਤੁਹਾਡੇ ਕੋਲ ਸਪੈਸ਼ਲ ਬ੍ਰਾਂਚ, ਤੁਹਾਡੇ ਕੋਲ ਕਿੰਨੀਆਂ ਏਜੰਸੀਆਂ ਲੜਕੇ ਹੈਗੀਆਂ ਜੀ ਜੀ। ਕੀ ਤੁਸੀਂ ਬਾਕੀ ਏਜੰਸੀ ਕੋਲ ਰਿਪੋਰਟ ਲਈ? ਇਹਦੇ ਵਿੱਚ ਹੁਣ ਜਿਹੜਾ ਸੁੱਖਾ ਭਖਾਰੀਵਾਲ ਉਹਨੂੰ ਪ੍ਰੋਡਕਸ਼ਨ ਵੱਲ ਤੇ ਲਿਆਂਦਾ ਜਾਊਗਾ ਤੇ ਉਹਦੇ ਕੋਲ ਸਾਰੀ ਕੋਲ ਚੇਨ ਲੱਭੇਗੀ ਫਿਰ ਵੀ ਕਿੱਥੋਂ ਕਿਵੇਂ ਆਇਆ, ਕਿੱਥੋਂ ਪੈਸੇ ਆਏ, ਕਿਵੇਂ ਪਲੈਨਿੰਗ ਬਣੀ, ਕਿੱਥੇ ਕੀਤੀ, ਉਹ ਸਾਰੀ ਫਿਰ ਉਦੋਂ ਆਏਗੀ ਜੀ। ਹਾਲ ਦੀ ਕੜੀ ਪੁਲਿਸ ਨੂੰ ਲਮਕਾ ਰਹੀ ਆ ਕਿ ਸੁੱਖੇ ਭਖਾਰੀਵਾਲ ਤੋਂ ਕੰਮ ਲਮਕਾ ਦਈਏ ਤੇ ਇਹ ਬੰਦੇ ਮੁੜ ਕੇ ਚੱਲ ਜਾਂਦੇ ਜੇਲ੍ਹ ਦੇ ਵਿੱਚ ਤੇ ਅਸੀਂ ਗੋਲਮੋਲ ਕਰ ਦਈਏ। ਹੁਣ ਹਾਈ ਕੋਰਟ ਨੇ ਇਹ ਗੋਲਮੋਲ ਨਹੀਂ ਹੁੰਦਾ ਨਾ, ਇਹਨਾਂ ਨੂੰ ਜਵਾਬ ਜਿਹੜਾ ਬਣਾ ਜੀ ਜੀ। ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਹੈ। ਪੰਗੇ ਬੜੇ ਖੜੇ ਹੋ ਜਾਂਦੇ ਨੇ ਇਹੋ ਜਿਹੇ ਜਦੋਂ ਕੰਮ ਕਈ ਪੁਲਿਸ ਅਫਸਰ ਜਦੋਂ ਬਿਨਾਂ ਸੋਚੇ ਸਮਝੇ ਸੁਰੱਖਿਆ ਜਦੋਂ ਹਟਾ ਲੈਂਦੇ ਨੇ। ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਵੇਖੋ ਬੰਦਾਨੇ ਵਾਲੇ ਸਾਹਿਬ ਉਹਨਾਂ ਦਿਨਾਂ 'ਚ ਕੋਈ ਗਨਮੈਨ ਨਾਲ ਜਿਹੜਾ ਗਨਮੈਨ ਲੱਗਣ ਚਾਹ ਰਹੀ ਪੁਲਿਸ ਵਾਲਾ ਇਹਦਾ ਜਿਹੜਾ ਇੱਕ ਬਲਵਿੰਦਰ ਸਿੰਘ ਕਾਮਰੇਡ ਸਾਲਾ ਵਾ ਗੁਲਸ਼ਨ ਸਿੰਘ ਜੀ। ਗੁਲਸ਼ਨ ਸਿੰਘ ਜਿਹੜਾ ਸੀ ਉਹ ਫਿਰ ਉਦੋਂ ਪੁਲਿਸ ਦੀ ਭਰਤੀ ਆ ਤੇ ਫਿਰ ਉਹਨੂੰ ਗਨਮੈਨ ਬਕਾਇਦਾ ਤੌਰ ਤੇ ਲਾਇਆ ਗਿਆ ਨਾਲ 2.5 ਲੱਖ ਨਾਲ ਜੀ। ਉਹ ਹਾਲਾਤ ਇੰਨੇ ਮਾੜੇ ਸੀਗੇ ਮਤਲਬ ਕੋਈ ਇਹਨਾਂ ਨੂੰ ਸਤਿ ਸ੍ਰੀ ਅਕਾਲ ਨੂੰ ਕਿਹਾ ਨਹੀਂ ਸੀਗਾ ਜੀ। ਉਹਨਾਂ ਦਿਨਾਂ ਦੇ ਵਿੱਚ ਜੰਗ ਲੜਨੀ ਤੇ ਵੱਖਰੀ ਆ। ਇਹ ਤੁਸੀਂ ਵੇਖੋ ਵੀ ਇਹਨਾਂ ਦੇ ਬੱਚੇ ਸਕੂਲ ਕਿਵੇਂ ਪੜ੍ਹਨ ਜਾਂਦੇ ਹੋਣਗੇ, ਇਹਨੇ ਘਰ ਦਾ ਗੋਹਾ ਕੂੜਾ ਕਿਵੇਂ ਹੁੰਦਾ ਹੋਊਗਾ, ਇਹਨਾਂ ਦੇ ਘਰ 'ਚ ਪੱਠੇ ਕਿਵੇਂ ਆਉਂਦੇ ਹੋਣਗੇ, ਕੌਣ ਲੈ ਕੇ ਆਉਂਦਾ ਹੋਊਗਾ। ਕਿਉਂ ਹਰ ਬੰਦੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ, ਹਰ ਬੰਦੇ ਵੱਲ ਧਿਆਨ ਰੱਖਣਾ ਵੀ ਕੌਣ ਆਇਆ ਤੇ ਕੌਣ ਗਿਆ ਜੀ। ਇਹ ਬੜੀ ਵੱਡੀ ਗੱਲ ਸੀਗੀ। ਇਹ ਹਾਲਾਤ ਜਿਹੜੇ ਬੜੇ ਮਾੜੇ ਸੀ। ਇਹ ਹਰ ਕਿਸੇ ਵਾਸਤੇ ਰੋਗ ਨਹੀਂ, ਕੋਈ ਜਿਗਰੇ ਵਾਲੇ ਕੰਮ ਕਰਦਾ। ਫਿਰ ਵੇਖੋ ਬਲਵਿੰਦਰ ਕਾਮਰੇਡ ਟੋਟਲੀ ਟੀਟੋ ਟੇਲਰ, ਨਾ ਸ਼ਰਾਬ ਪੀਵੇ, ਨਾ ਮੀਟ ਖਾਵੇ, ਨਾ ਅੰਡਾ ਖਾਵੇ, ਬਿਲਕੁਲ ਟੀਟੋ ਟੇਲਰ ਬੰਦਾ। ਉਹਨੇ ਜੰਗ ਲੜੀ ਨਹੀਂ ਤੇ ਆਮ ਤੌਰ ਤੇ ਬੰਦਾ ਸ਼ਰਾਬ ਦੇ ਨਸ਼ੇ ਕਹਿੰਦਾ ਕੋਈ ਵੇਖੀ ਜੋ, ਪਰ ਇਹ ਨਹੀਂ, ਇਹ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਸੀ ਖਾਂਦਾ ਪੀਂਦਾ ਇਹੋ ਜਿਹੀ। ਤੇ ਪੱਟੀ ਸਾਹਿਬ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਜਿਹੜੇ ਦਲ ਬਦਲਦੇ ਆ ਨਾ, ਨਾਲੇ ਲੋਕਾਂ ਦੇ ਸਾਫੇ ਪਾਈ ਜਾਂਦੇ ਗਲਾਂ 'ਚ। ਮੈਂ ਤਾਂ ਸਾਫੇ ਕਹਿੰਦਾ ਹੁੰਦਾ, ਇਹ ਤਾਂ ਬੜਾ ਉਹਨੂੰ ਇੱਜ਼ਤ ਮਾਣ ਵਾਲਾ ਜਿਹੜਾ ਸਿਰੇ ਪਾਓ ਕਹਿੰਦੇ ਆ, ਪਰ ਮੈਂ ਨਹੀਂ ਕਹਿੰਦਾ ਉਹਨੂੰ ਕਦੇ ਵੀ। ਮੈਂ ਤਾਂ ਕਹਿੰਦਾ ਗਲ 'ਚ ਸਾਫਾ ਪਾ ਕੇ ਆਪਦੇ ਕੰਨੀ ਖਿੱਚਦੇ ਆ ਜਾਂ ਕਿਵੇਂ ਕਰਦੇ ਆ। ਕਹਿੰਦੇ ਦਲ ਬਦਲੂਆਂ ਦਾ ਕੋਈ ਧਰਮ ਨਹੀਂ ਹੁੰਦਾ। ਮੈਂ ਹਾਸਾ ਜਿਹਾ ਹੁੰਦਾ
ਇਹ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਪਹਿਲੇ ਨੇ ਜੀ। ਹੁਣ ਇਹਨਾਂ ਨੇ ਕੀ ਕੀਤਾ ਵੀ ਇੱਥੇ ਮਨਜੀਤ ਸਿੰਘ ਘਸੀਟਪੁਰ ਪਰਿਵਾਰ ਆ, ਬੜਾ ਪੁਰਾਣਾ ਤਕੜਾ ਕਾਂਗਰਸੀ ਹੁੰਦਾ ਸੀ। ਜੇ ਉਹਨਾਂ ਮੁੰਡਿਆਂ ਦੀ ਸ਼ਕਲਾਂ ਵੇਖੋ, ਵਿਚਾਰਾ ਹੈ ਵੀ ਘਸੀਟੇ ਜਿਹੇ ਨੇ ਜੀ, ਲੇਕਿਨ ਕੱਟੜ ਕਾਂਗਰਸੀ ਹੁੰਦੇ ਸੀਗੇ। ਹੁਣ ਇਹਨਾਂ ਨੇ ਉਹਨਾਂ ਨੂੰ ਇਹਦੇ ਵਿੱਚ ਲਾਇਆ ਕਿਉਂ ਆ ਵੀ ਸਾਡਾ ਖਡੂਰ ਸਾਹਿਬ ਖਾਲੀ ਹੋ ਗਿਆ, ਤੁਹਾਨੂੰ ਖਡੂਰ ਸਾਹਿਬ ਤੋਂ ਅਸੀਂ ਟਿਕਟ ਦੇ ਦੇਣ। ਕੱਲ ਤੇ ਟਿਕਟ ਤੇ ਮੁੱਕਦੀ ਆ ਗਏ ਜੀ, ਗੱਲ ਬਦਲੀ ਦੀ ਕੋਈ ਗੱਲ ਨਹੀਂ। ਜਦੋਂ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਸੀ ਦੇਖੋ ਜੀ ਇਹ ਜਿਹੜੇ ਘਸੀਟਪੁਰਾ ਪਰਿਵਾਰ ਵਿੱਚ ਆ ਗਿਆ ਤੇ ਦੇਖੋ ਕਾਂਗਰਸ ਨੂੰ ਬੜਾ ਵੱਡਾ ਖੁਰਾ ਲੱਗ ਗਿਆ ਜੀ। ਇੱਥੇ ਖੁਰਾ ਲੱਗ ਰਿਹਾ ਸੀ ਕਾਂਗਰਸ ਨੂੰ ਤੇ ਮੋਹਾਲੀ 'ਚ ਲੱਗ ਰਿਹਾ ਸੀ ਅਕਾਲੀ ਦਲ। ਜਦੋਂ ਕੁਲਵੰਤ ਸਿੰਘ ਜਿਹੜਾ ਮੇਅਰ ਆ ਉਹਨੇ ਬਗਾਵਤ ਕੀਤੀ, ਉਹਨੂੰ ਇਹਨਾਂ ਕੱਢਿਆ, ਫਿਰ ਉਹਦੇ ਨਾਲ ਕਿੰਨੇ ਬੰਦੇ ਜਿਹੜੇ ਸੀ ਪ੍ਰਧਾਨ ਜਿਹੜੇ ਸੀ ਉੱਤਰ ਦੇ ਸਾਰੀ ਬਾਡੀ ਨਾਲ ਚਲੀ ਗਈ। ਜਦੋਂ ਪਹਿਲੀ ਟਿਕਟ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਸੀ ਉਦੋਂ ਇਹ ਰੌਲਾ ਪੈਂਦਾ ਸੀ ਵੀ ਇਹ ਜਿਹੜੀ ਟਿਕਟ ਆ ਇਹ ਕਈ ਤਰੀਕਿਆਂ ਦੇ ਅਪਣਾ ਕੇ ਦਿੱਤੀ ਗਈ, ਬੰਦੇ ਦੀ ਕੋਈ ਯੋਗਦਾਨ ਅਕਾਲੀ ਦਲ 'ਚ ਨਹੀਂ ਹੈ। ਬੇਸਿਕਲੀ ਉਹ ਤੂੜੀ ਦਾ ਵਪਾਰੀ ਹੁੰਦਾ ਸੀ ਕਿਸੇ ਦਾ, ਕਿਰਤ ਕਰਨਾ ਮਾੜੀ ਗੱਲ ਕੋਈ ਨਹੀਂ। ਸੱਜੇ ਸਿੱਧੇ ਉਹ ਆ ਗਿਆ, ਪ੍ਰਾਪਰਟੀ ਬਣ ਗਿਆ, ਪ੍ਰਾਪਰਟੀ ਬਣਦਾ ਬੜਾ ਅਮੀਰ ਬਣ ਗਿਆ। ਮੁੜ ਕੇ ਕਹਿੰਦੇ ਸੀ ਕਿ ਉਹਨੇ ਕੋਈ ਆਪਣੇ ਜਿਹੜਾ ਸੀ ਫੰਡ ਫੁੰਡ ਦੇ ਕੇ ਪਾਰਟੀ ਤੇ ਟਿਕਟ ਲਈ, ਲੇਕਿਨ ਬੜੀ ਬੁਰੀ ਤਰ੍ਹਾਂ ਹਾਰਿਆ ਜੀ। ਹੁਣ ਉਹ ਮੁੜ ਕੇ ਜਾ ਕੇ ਮੁਹਾਲੀ ਜਾ ਕੇ ਟਿਕਟ ਲੜੀ, ਉਹਨੇ ਆਪਣੀ ਇਲੈਕਸ਼ਨ ਲੜੀ ਤੇ ਮੇਅਰ ਬਣ ਗਿਆ। ਮੇਅਰ ਬਣ ਤੋਂ ਬਾਅਦ ਜਿਹੜਾ ਸੀ ਹੁਣ ਉਹਨੂੰ ਜਿਹੜਾ ਸੀ ਬਗਾਵਤ ਕੀਤੀ, ਥੋੜੀ ਬਾਲੀ ਨਾਲ ਕੱਢ ਦਿੱਤਾ, ਉਹਦੇ ਨਾਲ ਕਈ ਹੋਰ ਬੰਦੇ ਚਲੇ ਗਏ। ਇੱਕ ਪਾਸੇ ਤੁਸੀਂ ਕਹਿੰਦੇ ਦਲ ਬਦਲੂਆਂ ਦਾ ਕੋਈ ਧਰਮ ਹੀ ਨਹੀਂ ਹੁੰਦਾ, ਤੇ ਤਾਂ ਮਤਲਬ ਜਿਹੜੇ ਤੁਸੀਂ ਸ਼ਾਮਲ ਕਰੇ ਉਹ ਧਰਮ ਹੈਗਾ ਜੀ, ਜਿਹੜੇ ਛੱਡ ਕੇ ਚਲੇ ਗਏ ਉਹ ਧਰਮ ਕੋਈ ਨਹੀਂ ਹੈਗਾ। ਗੱਲ ਤੇ ਠੀਕ ਆ, ਕਿਸੇ ਵੇਲੇ ਪਾਰਟੀਆਂ ਦਾ ਕੋਈ ਕਿਰਦਾਰ ਹੁੰਦਾ ਸੀ, ਵਰਕਰ ਦਾ ਮੁੱਲ ਪੈਂਦਾ ਸੀ ਜੀ। ਇੱਥੇ ਸਾਡੇ ਹੁੰਦੇ ਸੀ ਆਪਣੇ ਤਾਰਾ ਸਿੰਘ ਅਟਾਰੀ ਜੀ। ਅਟਾਰੀ ਤੋਂ ਜਿਹੜੀ ਸੀ ਅਕਾਲੀ ਦਲ ਨੂੰ ਰਿਜ਼ਰਵ ਹਲਕੇ ਤੋਂ ਕੀ ਬੰਦਾ ਨਹੀਂ ਸੀ ਲੱਭਦਾ, ਤੇ ਤਾਰਾ ਸਿੰਘ ਅਟਾਰੀ ਸ਼੍ਰੋਮਣੀ ਕਮੇਟੀ ਸੇਵਾਦਾਰ ਹੁੰਦਾ ਸੀ ਜੀ। ਉਹਨੂੰ ਚੁੱਕ ਕੇ ਖੜਾ ਕਰਤਾ, ਉਹ ਜਿੱਤ ਗਿਆ, ਐਮਐਲਏ ਬਣ ਗਿਆ। ਕਮਿਕਰ ਸਿੰਘ ਜਿਹੜਾ ਹੁੰਦਾ ਸੀ, ਕਿੱਕਰ ਸਿੰਘ ਸੰਤ ਸਿੰਘ ਦਾ ਜਿਹੜਾ ਹੁੰਦਾ ਸੀ ਉਹ ਡਰਾਈਵਰ ਹੁੰਦਾ ਸੀਗਾ, ਉਹਨੂੰ ਖੜਾ ਕਰਤਾ, ਐਮਪੀ ਬਣ ਗਿਆ। ਮਤਲਬ ਇਹਨਾਂ ਦੇ ਕੋਲੋਂ ਬੰਦੇ ਨਹੀਂ ਸੀ ਹੁੰਦੇ ਕਿਸੇ ਵੇਲੇ ਅਕਾਲੀ ਦਲ। ਅੱਜ ਇਹਨਾਂ ਕੋਲ ਮਾਇਆ ਧਾਰੀ ਤੇ ਸਰਮਾਏਦਾਰ ਇੰਨੇ ਕੁ ਬੰਦੇ ਹੈਗੇ ਆ, ਲੁੱਟੀ ਮੁੰਨੀ ਵਰਗੇ ਜਿਹੜੇ ਬੰਦੇ ਆ ਉਹ ਹੈਗੇ ਵੀ ਜਿਹੜੇ ਪੈਸੇ ਦੇ ਕੇ ਟਿਕਟਾਂ ਹੁੰਦੇ ਐਸਾ ਕੁਝ ਕਰ ਸਕਦੇ ਆ। ਉਹ ਸਮਾਂ ਸੀ ਅਕਾਲੀ ਦਲ ਆਪਣੇ ਕੈਂਡੀਡੇਟਾਂ ਨੂੰ ਟਿਕਟ ਵੀ ਦਿੰਦਾ ਸੀ, ਪੈਸੇ ਵੀ ਦਿੰਦਾ ਸੀ ਜੀ, ਇਲੈਕਸ਼ਨ ਲੜੋ ਤੁਸੀਂ। ਹੁਣ ਅਕਾਲੀ ਦਲ ਜਿਹੜੇ ਆ ਉਹ ਟਿਕਟ ਵੀ ਦਿੰਦਾ ਤੇ ਪੈਸੇ ਵੀ ਦਿੰਦਾ ਵਾ ਜੀ, ਕੰਮ ਇਕੱਠੇ ਕਰਦਾ। ਸੁਖਬੀਰ ਸਿੰਘ ਬਾਦਲ ਇਹ ਦੱਸ ਦੇਣ ਵੀ ਜਿਹੜੇ ਗੱਲ ਤੁਸੀਂ ਪਹਿਲਾਂ ਬਿਆਨ ਦਿੱਤੇ ਸੀਗੇ ਕਿ ਇਹਦਾ ਧਰਮ ਕੋਈ ਨਹੀਂ ਹੁੰਦਾ, ਤੇ ਜਿਹੜੇ ਤੁਸੀਂ ਸ਼ਾਮਲ ਕੀਤੇ ਕੀ ਗੱਲ ਧਰਮੀ ਹੁੰਦੇ ਨੇ ਹੁਣ। ਦੂਜੀ ਗੱਲ ਤੁਸੀਂ ਗੱਲ ਕਹੀ ਸੀ ਵੀ ਜੇ ਸੜਕਾਂ ਦੇ ਮਿੱਠੇ ਵਿਹਲੇ ਹੈਗੇ ਆ ਜੀ, ਤੇ ਅੱਜ ਕੱਲ ਤੁਸੀਂ ਸੜਕਾਂ ਤੇ ਆਹ ਵੇਖੀ ਜਾ ਸਕਦੇ ਹੋ, ਆਪਣੇ ਕੋਈ ਵਿਹਲ ਦਾ ਟਾਈਮ ਹੈਗਾ ਫਿਰ ਬਿਠੇ ਆਪਾਂ। ਇਸ ਕਰਕੇ ਗੱਲਾਂ ਜਿਹੜੀਆਂ ਕਰਨੀਆਂ ਜਿਹੜੀਆਂ ਸੌਖੀਆਂ ਹੁੰਦੀਆਂ, ਮੁੜ ਕੇ ਜਿਹੜੀਆਂ ਉਹਨੂੰ ਸੰਭਾਲਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਵਾ। ਤੇ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ 'ਚ ਪੁੱਛਿਆ ਜਾਊਗਾ ਜੇ ਕੁਝ ਠੀਕ ਆ ਧਰਮ ਨਹੀਂ ਹੁੰਦਾ, ਜਿਹੜੇ ਬੰਦੇ ਸ਼ਾਮਲ ਤੁਸੀਂ ਕੀਤੇ ਕੀ ਧਰਮੀ ਹੋਣਗੇ, ਤੁਹਾਡੇ ਨਾਲ ਰਹਿਣਗੇ। ਬਿਲਕੁਲ ਜੀ, ਧਰਮੀ ਕੌਣ ਹੈ ਇੱਥੇ ਆ ਸਾਡੇ ਬਠਿੰਡੇ ਮੈਂ ਵੇਖਿਆ ਹੈ ਜੀ, ਉਹ ਮੈਨੂੰ ਰਾਜ ਬਰਾੜ ਦਾ ਬੜਾ ਕਹਿੰਦਾ ਰੰਗ ਬਦਲਦੇ ਦਸਤਾਰਾਂ ਦੇ ਜੀ ਹਾਂਜੀ। ਸੋ ਦਸਤਾਰ ਦਾ ਰੱਖੀਆਂ ਹੀ ਹੁੰਦੀਆਂ। ਇਹ ਤਾਂ ਸੇਵਾ ਸਿੰਘ ਠੀਕਰੀਵਾਲ ਸੀ ਜਿਹਨੇ ਨੀਲੀ ਪੱਗ ਨਹੀਂ ਲਾਹੀ ਸੀ, ਨਹੀਂ ਤਾਂ ਉਹਦੀਆਂ ਵੀ ਬਦਲਾਉਂਦੇ ਸੀ। ਉਹਨੇ ਨਹੀਂ ਲਾਈ ਸੀ। ਤੇ ਵੇਖੋ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਸੀਗਾ ਜੀ, ਬੇਸਿਕਲੀ ਉਹ ਕਾਂਗਰਸੀ ਸੀਗਾ। ਕਾਂਗਰਸੀ ਹੋਣ ਦੇ ਨਾਤੇ ਉਹਨੇ ਕਾਂਗਰਸ ਦੇ ਖਿਲਾਫ ਝੰਡਾ ਚੁੱਕਿਆ ਸੀ। ਉਹਦੀ ਲੜਾਈ ਪੰਜਾਬ ਦੀਆਂ ਮੰਗਾਂ ਨਹੀਂ ਸੀ, ਕਾਲੀਆਂ ਦੇ ਖਿਲਾਫ ਲੜਾਈ ਸੀ। ਜਿਹੜੇ ਬਾਰ-ਬਾਰ ਤੁਸੀਂ ਜਿਹੜੀਆਂ ਪਖੰਡ ਕਰਦੇ ਹੋ, ਕਦੀ ਹਮਨ ਉਹਨੇ ਬਣਾਉਣੇ ਅਕਾਲ ਤਖਤ ਤੇ ਸ਼ਹੀਦ ਹੋ ਜਾਣਗੇ ਜੇ ਮੰਗਾਂ ਨਾ ਮੰਨੀਆਂ, ਤੇ ਉਹ ਕਰਦੇ ਜੀ ਕਰਦੇਗੇ ਸੀ, ਉਹਦੇ ਖਿਲਾਫ ਕੀਤੀ ਸੀ ਕਿ ਮੈਂ ਤੁਹਾਨੂੰ ਦੱਸਦਾ ਵੀ ਕੁਰਬਾਨੀ ਕਿਵੇਂ ਕਰੀ ਦੀ ਹੈ ਜੀ। ਇੱਥੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ 74 ਦਿਨ ਜਿਹੜਾ ਸੀ ਰਿਹਾ, ਉੱਥੇ 74 ਦਿਨ ਦੇ ਬਾਅਦ ਜਦੋਂ ਸ਼ਹੀਦ ਹੋਇਆ ਵਾ। ਅੱਜ ਕਾਲੀ ਜੋ ਮਰਜ਼ੀ ਕਹੀ ਜਾਣ, ਬੇਸਿਕਲੀ ਦਾ ਪਿੱਛੜ ਵੇਖਿਆ ਜੋ ਉਹ ਕਾਂਗਰਸੀ ਸੀਗਾ। ਬਿਲਕੁਲ ਜੀ। ਤੇ ਹੁਣ ਗੱਲ ਕਰੀਏ ਜੀ ਤਾਂ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਇੱਕ ਬੜਾ ਬਲੈਕਮੇਲਿੰਗ ਦਾ ਚੱਕਰ ਜਿਹਾ ਕਹਿੰਦਾ। ਇਹ ਬੜੇ ਗਰੋਹ ਨੇ ਜਿਹੜੇ, ਵੈਸੇ ਇਹ ਗਰੋਹ ਪੁਲਿਸ ਤੋਂ ਬਿਨਾਂ ਤੇ ਉਹਦੀ ਹਮਾਇਤ ਤੋਂ ਬਿਨਾਂ ਤਾਂ ਨਹੀਂ ਚੱਲਦੇ। ਮੋਗਾ ਸੈਕਸ ਸਕੈਂਡਲ ਤਾਂ ਤੁਸੀਂ ਜਾਣਦੇ ਹੀ ਹੋ, ਕਿੰਨੀ ਵੱਡੀ ਗੱਲ ਸੀ। ਪਰ ਆਪਾਂ ਉਹਦੇ ਗੱਲ ਤੋਰਨ ਤੋਂ ਪਹਿਲਾਂ ਕਾਲ ਲੈ ਲਈਏ ਇੱਕ, ਫਿਰ ਕਾਲ ਤੋਂ ਬਾਅਦ ਅੱਗੇ ਚੱਲਦੇ ਹਾਂ। ਹਾਂ ਸਤਿ ਸ਼੍ਰੀ ਅਕਾਲ ਜੀ, ਵਟਸਐਪ ਤੇ ਆਉਣੇ ਰਹੋ ਤੁਸੀਂ।
ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ, ਸ੍ਰੀ ਤੇਜਿੰਦਰ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਜੀ ਤੇਜਿੰਦਰ ਸਤਿ ਸ਼੍ਰੀ ਸਿੰਘ ਅਕਾਲ ਜੀ ਬੋਲੋ ਜੀ, ਬੋਲੋ ਭਾਜੀ ਬੋਲੋ। ਮੈਂ ਨਾ ਆਹ ਸੁਣਦਾ ਸੀ ਪ੍ਰੋਗਰਾਮ, ਭਾਈ ਸਾਹਿਬ ਕਹਿੰਦੇ ਨੇ ਵੀ ਬਾਦਲ ਸਾਹਿਬ ਨੇ 77 ਵਿੱਚ ਕੀਤਾ ਸੀ ਕਿਸਾਨਾਂ ਦਾ ਗੱਡਾ ਆ ਟਰੈਕਟਰ। ਇਹ ਬਾਦਲ ਸਾਹਿਬ ਨੇ ਕੀਤਾ ਜੀ, ਜਸਟਿਸ ਗੁਰਨਾਮ ਸਿੰਘ ਨੇ ਕੀਤਾ ਇਹ। ਜੀ ਪਰ ਜ਼ਿਆਦਾ ਚਰਚਾ ਤਾਂ ਬਾਦਲ ਸਾਹਿਬ ਦੀ ਆਉਂਦੀ ਹੈ ਨਾ ਜੀ। ਨਹੀਂ ਜੀ, ਮੇਰੇ ਕੋਲ ਨਹੀਂ। ਫੈਕਟ ਪਏ ਨੇ। ਨਹੀਂ ਚਲੋ ਮੰਨ ਲੈਂਦੇ ਜੀ, ਉਹਨਾਂ ਦੇ ਟਰੈਕਟਰ ਹੁੰਦੇ ਕਿਤੇ ਕਿੰਨੇ ਕੁ ਹੁੰਦੇ ਸੀ ਜਦੋਂ ਮੈਨੂੰ ਯਾਦ ਆ ਜੀ, ਅਸੀਂ ਜਦੋਂ ਪੱਟੀ ਸਾਹਿਬ ਛੋਟੇ ਹੁੰਦੇ, ਮੈਨੂੰ ਹੋਸਟਲ 'ਚ ਪਾਤਾ ਸੀ ਹਬੂਰ ਪੜ੍ਹਨ, ਉਦੋਂ ਤਾਂ ਸਾਈਕਲ ਦੇ ਟੋਕਨ ਲੱਗਦਾ ਹੁੰਦਾ, ਜੇ ਕਿਤੇ ਚੁੰਗੀ ਨਾਕੇ ਤੇ ਉਹ ਖੜੇ ਹੁੰਦੇ ਤਾਂ ਵਿਚਾਰੇ ਖੇਤਾਂ ਨੂੰ ਭੱਜ ਲੈਂਦੇ ਸੀ ਸਾਈਕਲ ਲੈ ਕੇ। ਦੱਸੋ ਉਹ ਵੀ ਸਮਾਂ ਸੀ। ਹਾਂਜੀ ਹਾਂਜੀ, ਰੇਡੀਓ ਲਗਾਉਂਦੇ ਫਿਰਦੇ ਹੁੰਦੇ ਸੀ। ਕੀਤੇ ਸੀ ਉਹਨਾਂ ਨੇ, ਇੱਕ ਪੰਜਾਬੀ ਲਾਗੂ ਕਰਨ ਦਾ ਔਰ ਇੱਕ ਟਰੈਕਟਰ ਵਾਲਾ ਜੀ। ਜੀ ਨਹੀਂ ਜੀ, ਨਹੀਂ ਪੰਜਾਬੀ ਲਾਗੂ ਦਾ ਜਿਹੜਾ ਲక్ష్మణ ਸਿੰਘ ਗਿੱਲ ਦਾ ਸੀਗਾ ਜੀ। ਤੁਹਾਨੂੰ ਪਤਾ ਲక్ష్మణ ਹੈ ਸਿੰਘ ਕਿ ਗਿੱਲ, sorry, ਲక్ష్మణ ਸਿੰਘ ਗਿੱਲ ਦੀ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਹ ਤੇ ਬਾਦਲ ਸਾਹਿਬ ਨੇ ਬਿਲਕੁਲ ਨਹੀਂ ਟਰੈਕਟਰ ਵਾਲਾ ਕੀਤਾ। ਚਲੋ ਕੋਈ ਲੱਭ ਲਾਂਗੇ ਜੀ, ਲੱਭ ਲਾਂਗੇ। ਧੰਨਵਾਦ ਤੁਹਾਡਾ। ਹਾਂ ਕਿਉਂਕਿ ਵਿਸ਼ਾ ਆਪਾਂ ਹੁਣ ਇਹਨੂੰ ਆਇਆ ਨਾ ਜੀ, ਬੜਾ ਇਹ ਉਹ ਵਿਸ਼ਾ ਇੱਕ ਇਹੋ ਜਿਹਾ ਆ ਗਿਆ ਕਿ ਜਿਹਦੇ ਉੱਤੇ ਆਪਾਂ ਉਹ ਕਹਿ ਨਹੀਂ ਸਕਦੇਗੇ ਜੀ। ਪੱਟੀ ਸਾਹਿਬ ਜੀ ਹਾਂਜੀ, ਜਿਹੜੀ ਗੱਲ ਤੁਸੀਂ ਕੀਤੀ ਹੈ, ਇਹ ਗੱਲ ਪਟਿਆਲੇ ਦੀ ਹੈ। ਮਾਣਾ ਉੱਥੇ ਇੱਕ ਬਾਈਕ ਸਵਾਰ ਜਾ ਰਿਹਾ ਸੀ ਤੇ ਰਸਤੇ ਦੋ ਲੇਡੀਜ਼ ਨੂੰ ਹੱਥ ਦਿੱਤਾ ਜੀ। ਉਹਨੂੰ ਕਹਿਣ ਲੱਗਿਆ ਵੀ ਆਹ ਜਿਹੜੀ ਬੀਬੀ ਹੈ ਤੇ ਪੈਰ ਨੂੰ ਮੋਚ ਆ ਗਈ ਤੇ ਇਹ ਚੱਲ ਨਹੀਂ ਸਕਦੀ, ਸਾਨੂੰ ਲਿਫਟ ਦੇ ਦੇ। ਉਹਨੇ ਵਿਚਾਰੇ ਨੇ ਲਿਫਟ ਦਿੱਤੀ, ਚਲੋ ਠੀਕ ਤੁਸੀਂ ਬਹਿ ਜਾਓ ਬੀਬੀਆਂ ਜੀ, ਕੋਈ ਗੱਲ ਨਹੀਂ। ਉਹ ਬੀਬੀਆਂ ਰਸਤੇ 'ਚ ਗੱਲਾਂ ਕਰਦੀਆਂ ਉਹਨੂੰ ਕਹਿੰਦੇ ਚੰਗਾ ਵੀਰਾ, ਸਾਨੂੰ ਤੁਸੀਂ ਬੜਾ ਭਲਾ ਕੀਤਾ, ਸਾਡੇ ਕੋਲ ਚਾਹ ਪੀ ਕੇ ਜੀ। ਉਹ ਕਹਿੰਦਾ ਚਲੋ ਬੀਬੀਏ ਤੇ ਤੁਸੀਂ ਨਹੀਂ ਪਿਆਰ ਨਾਲ ਕਹਿੰਦੇ ਚੱਲ ਚੱਲਦੇ ਆਪਾਂ। ਉਹਨੂੰ ਆਪਣੇ ਘਰ ਲੈ ਗਈ। ਇਹ 8 ਉਹਨੂੰ ਘਰ ਲਿਜਾ ਕੇ ਤੇ ਘਰ ਜਾ ਕੇ ਆਪਣੇ ਘਰ ਬਿਠਾ ਦਿੱਤਾ ਜੀ। ਤੇ ਬਾਹਰ ਦੋ ਬੰਦੇ ਬਣਾਏ, ਉਹਨਾਂ ਆ ਕੇ ਕੁੱਟਣਾ ਸ਼ੁਰੂ ਕਰਤਾ ਉਹਨੂੰ ਵੀ ਤੁਸੀਂ ਲੁੱਚਿਆ, ਤੂੰ ਲੁੱਚਾ ਵਾ, ਫਲਾਣਾ ਵਾ, ਚੁੰਗਲਾ, ਤੂੰ ਇੱਥੇ ਕਿਵੇਂ ਆ ਗਿਆ, ਤੂੰ ਜਨਾਨੀ ਦੇ ਪਿੱਛੇ ਹੈ। ਉਹ ਕਹਿੰਦਾ ਯਾਰ ਮੇਰੀ ਗੱਲ ਸੁਣੋ, ਗੱਲ ਕੀ ਹੈਗੀ ਹੈ। ਉਹਨੂੰ ਬਲੈਕ ਉਹਦੇ ਕੱਪੜੇ ਲਵਾਏ, ਕੱਪੜੇ ਲਵਾ ਕੇ ਉਹਦੀ ਵੀਡੀਓ ਬਣਾਈ। ਵੀਡੀਓ ਬਣਾਉਣ ਤੋਂ ਬਾਅਦ ਉਹਨਾਂ ਫਿਰ ਬਲੈਕਮੇਲਿੰਗ ਕੀਤੀ ਜੀ। ਉਹਦੇ ਕੋਲ 60,000 ਰੁਪਏ ਲਿਆ ਇਹਨਾਂ ਨੇ ਬਲੈਕਮੇਲ ਹੈ। ਕਿਸੇ ਨੂੰ ਲਿਫਟ ਦੇਣ ਦਾ ਅੱਜ ਕੱਲ੍ਹ ਜ਼ਮਾਨਾ ਕੋਈ ਕਿਤੇ ਨਾ। ਉਹ 60,000 ਰੁਪਏ ਲਿਆ ਤੇ ਮੁੜ ਕੇ ਜਦੋਂ ਛੱਡਿਆ ਤੇ ਉਹਨੇ ਜਾ ਕੇ ਬਾਹਰ ਜਾ ਕੇ ਹਕੀਕਤ ਦੱਸੀ। ਪੁਲਿਸ ਨੇ ਦੱਸਿਆ ਕਿ ਮੇਰੇ ਨਾਲ ਭਾਣਾ ਵਰਤਿਆ। ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤੇ ਗੱਲ ਸਹੀ ਨਿਕਲੀ ਜੀ। ਸਹੀ ਨਿਕਲੀ ਸੀ, ਫਿਰ ਪੁਲਿਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਨ ਤੋਂ ਜਿਹਦੀ ਮਸ਼ਹੂਰ ਆਈ ਸੀ ਪੈਰ ਤੋਂ, ਉਹ ਵੀ ਭੱਜ ਗਈ ਤੇ ਦੂਜੀ ਵੀ ਭੱਜ ਗਈ। ਤੇ ਦੋ ਜਿਹੜੇ ਜਵਾਨ ਸੀ ਜਿਹਨੇ ਕੁੱਟਮਾਰ ਕੀਤੀ, ਜਿਹੜੇ ਇਹ ਮੇਨ ਸਭ ਕੁਝ ਕੀਤਾ ਸੀ, ਉਹ ਇਸ ਵੇਲੇ ਹੁਣ ਸੰਗਰੂਰ ਦੇ ਜਿਹੜੇ ਉਹ ਇੱਥੇ ਜਿਹੜੇ ਉਹ ਜੇ ਹਵਾਲਾ ਦਿੱਤੇ ਇਹ ਨਾ। ਵੈਸੇ ਤਾਂ ਤੁਹਾਨੂੰ ਦੱਸੀਏ, ਹੁਣ ਮੋਗੇ ਵਾਲਾ ਕਾਂਡ ਵੀ ਇਹੋ ਜਿਹਾ ਸੀ। ਮੈਨੂੰ ਯਾਦ ਹੈ ਹਰਿੰਦਰ ਸਿੰਘ ਚਹਿਲ ਸੰਗਰੂਰ ਦੇ ਐਸਐਸਪੀ ਹੁੰਦੇ ਸੀ ਜੀ। ਮੇਰੇ ਕੋਲੇ ਕੁਝ ਬੰਦੇ ਆਏ, ਕਹਿੰਦੇ ਜੀ ਦਾਨੇਲ ਸਾਹਿਬ, ਉਦੋਂ ਮੀਡੀਆ ਬੜਾ ਸਟਰੋਂਗ ਹੁੰਦਾ ਸੀ ਜੇਕਰ ਗੱਲ ਕਰੀਏ, ਤੇ ਅੱਜ ਵਾਂਗੂ ਨਹੀਂ ਸੀ ਕਿ ਹਰੇਕ ਬੰਦਾ ਹੀ ਪੱਤਰਕਾਰ ਘਵਾਉਂਦਾ ਹੈ। ਆਪਾਂ ਜਿਹਨੇ ਮਾਈਕ ਆਈਡੀ ਚੱਕ ਲਈ ਉਹੀ ਪੱਤਰਕਾਰ। ਪਰ ਉਦੋਂ ਤਾਂ ਪੱਤਰਕਾਰ ਉਹ ਸੀ ਜਿਹੜਾ ਚੈਨਲ ਸੀਗਾ। ਹੁਣ ਤਾਂ ਤੁਸੀਂ 2 ਪੈਸੇ ਲਾਓ ਤੇ ਆਈਡੀ ਬਣਾਓ YouTube ਦੇ ਉੱਤੇ ਤੇ ਤੁਸੀਂ ਪੱਤਰਕਾਰ ਬਣ ਜਾਂਦੇ ਹੋ। ਤੇ ਮੈਨੂੰ ਕਿਸੇ ਬੰਦੇ ਨੇ ਕਿਹਾ ਜੀ ਐਂ ਕਰਕੇ ਨਾ ਧੂਰੀ ਕੋਲੇ ਔਰਤਾਂ ਨੇ ਉਹ ਲਿਫਟ ਲੈਂਦੀਆਂ, ਥੋੜ੍ਹੀ ਦੂਰ ਨਾਕਾ ਲੱਗਿਆ ਹੁੰਦਾ ਹੈ ਤੇ ਉੱਥੇ ਜਾ ਕੇ ਫਿਰ ਪੁਲਿਸ ਵਾਲੇ ਰਲ ਜਾਂਦੇ ਤੇ ਉਹ ਕਹਿੰਦੇ ਵੀ ਤੁਸੀਂ ਤਾਂ ਗਲਤ ਕੰਮ ਕਰਨ ਚੱਲੇ ਹੋ, ਫਲਾਨਾ ਧਮਕਾ, ਤੇ ਜਾਂ ਉਹ ਕਹਿ ਰੌਲਾ ਪਾ ਲੈਂਦੀਆਂ ਤੇ ਪੈਸੇ ਲੈਂਦੀਆਂ ਜੀ। ਤੇ ਅਸੀਂ ਜਦੋਂ ਮੈਂ ਵੇਖਿਆ ਵਾ, ਗੱਲਬਾਤ ਤਾਂ ਸੱਚੀ ਲੱਗੀ। ਮੈਂ ਐਸਐਸਪੀ ਨਾਲ ਗੱਲ ਕੀਤੀ। ਉਹ ਹਰਿੰਦਰ ਸਿੰਘ ਚਹਿਲ ਕੱਦ ਕਾਠ ਤਾਂ ਲੰਮਾ ਸੀ, ਪਰ ਕਿਸੇ ਪਾਸੋਂ ਪੁਲਿਸ ਵਾਲਾ ਨਹੀਂ ਸੀ ਲੱਗਦਾ ਜੇ ਕਾਰ 'ਚ ਬੈਠਾ ਹੁੰਦਾ, ਕਿਉਂਕਿ ਪੱਗ ਦਾ ਸਟਾਈਲ ਵੀ ਕੁਛ ਇਹੋ ਜਿਹਾ ਸੀ। ਕੁਛ ਮਾਂ ਦੇ ਪੁੱਤ ਨੇ ਉਵੇਂ ਜੇ ਕਰ ਲਈ ਤੇ ਮੇਰੇ ਨਾਲ ਬਹਿ ਗਏ ਗੱਡੀ 'ਚ। ਗੱਡੀ 'ਚ ਬਹਿ ਗਏ ਤੇ ਅਸੀਂ ਗੱਲਾਂ ਮਾਰਦੇ ਆਈਏ। ਤੇ ਜਿਵੇਂ ਉਹਨਾਂ ਨੇ ਦੇਖਿਆ ਕਿ ਚੰਗੇ ਜਿਹੇ ਬੰਦੇ ਆ ਤਾਂ ਵਾਹਵਾ, ਤੇ ਉਹ ਹੱਥ ਦੇ ਲਿਆ। 2 ਔਰਤਾਂ ਨੇ ਹੱਥ ਦਿੱਤਾ ਸੀ। ਮੈਂ ਕਿਹਾ ਦੱਸੋ ਭਾਈ ਬੀਬੀ। ਅਸੀਂ ਜੀ ਕਹਿੰਦੇ ਸੰਗਰੂਰ ਜਾਣਾ, ਬੱਸ ਨਿਕਲ ਗਈ, ਸ਼ਾਮ ਦਾ ਟਾਈਮ ਹੈ ਤੇ ਸਾਨੂੰ ਬਿਠਾ ਲਓ। ਮੈਂ ਕਿਹਾ ਬਹਿ ਜਾਓ। ਹੁਣ ਸਾਡੇ ਪਿੱਛੇ ਤੁਹਾਨੂੰ ਪਤਾ ਵੀ ਪਿੱਛੇ ਗੱਡੀਆਂ ਤਾਂ ਅੱਗੇ ਵੀ ਲੱਗੀਆਂ ਸੀ, ਨਾਕਾ ਤਾਂ ਪਤਾ ਹੀ ਸੀਗਾ ਵੀ ਇਹ ਕਿੱਥੇ ਕਿਤੇ ਲਾਉਂਦੇ ਆ। ਤੇ ਆਪਾਂ ਜੇਕਰ ਉੱਥੋਂ ਜਦੋਂ ਚੱਲੇ ਜੀ ਤਾਂ ਥੋੜ੍ਹੀ ਦੂਰ ਜਾ ਕੇ ਉਹਨਾਂ ਨੇ ਆਪਦਾ ਉਵੇਂ ਨਾਕਾ ਲੱਗਿਆ। ਕਹਿੰਦੇ ਜੀ ਕਿੱਥੋਂ ਆਏ ਹੋ, ਕੌਣ ਹੋ ਤੁਸੀਂ? ਤੇ ਅਸੀਂ ਆਖਿਆ ਜੀ ਅਸੀਂ ਤਾਂ ਲੁਧਿਆਣੇ ਤੋਂ ਆਏ ਸੀਗੇ ਤੇ ਗਾਂ ਮਾਨਸਾ ਨੂੰ ਚੱਲੇ ਆ। ਤੇ ਇਹ ਬੀਬੀਆਂ ਮਿਲ ਗਈਆਂ ਨਾ ਜੀ। ਕਹਿੰਦਾ ਤੁਸੀਂ ਤਾਂ ਗਲਤ ਕੰਮ ਕਰਦੇ ਹੋ ਤਾਂ ਆਏ ਹੋ। ਕਹਿੰਦੇ ਹਾਂ ਭਾਈ, ਕਹਿੰਦੀ ਹਾਂਜੀ ਸਾਡੀ ਗੱਲਬਾਤ ਮੁੱਕੀ ਹੈ।
ਉਹ ਨਿਕਲ ਕੇ ਬਾਰੇ ਨਵੇਂ ਉਹਨਾਂ ਥਾਣੇਦਾਰਾਂ ਨੂੰ ਜਿਵੇਂ ਪਤਾ ਨਹੀਂ ਸੀਗਾ ਵੀ ਮੇਰੇ ਜ਼ਿਲ੍ਹੇ ਦਾ SSP ਆ, ਕੁਛ ਹੀਲ ਡੋਲ ਵੀ ਇਹੋ ਜਿਹੇ ਸੀ, ਉਹ ਮਿੰਤਾਂ ਨਹੀਂ ਕੱਢਣ ਲੱਗ ਪਏ ਵੀ ਭਾਈ ਤੂੰ ਰਹਿਣ ਦੇ ਯਾਰ, ਪੈਸੇ ਕਹਿੰਦਾ ਜੀ ਲੱਖ ਰੁਪਈਆ ਲੱਗੂਗਾ, ਤੁਸੀਂ ਹੋ ਤਾਂ ਵੱਡੇ ਸਰਦਾਰ ਤੇ ਨਹੀਂ ਤਾਂ ਪਰਚਾ ਦਿਓ। ਤੇ ਉਹ ਜੀ ਕਰਦੇ ਕਰਾਉਂਦੇ ਫਿਰ ਬਾਂਹ ਮਰੋੜੀ, ਫਿਰ ਇੰਨੇ ਨੂੰ ਉਹਨਾਂ ਦੇ ਸਿਕਿਉਰਿਟੀ ਆ ਗਈ, ਹੋਰ ਆ ਗਈ, ਫਿਰ ਚੱਕ ਕੇ ਉਹਨਾਂ ਨੂੰ ਅੰਦਰ ਕੀਤਾ, ਪਟਾ ਵਾਹਿਆ ਉਹਨਾਂ ਦੇ। ਇਹ ਸਥਿਤੀਆਂ ਚੱਲਦੀਆਂ ਰਹਿੰਦੀਆਂ ਜੀ। ਇੱਕ ਹਾਲਾਤ ਜਿਹੜੇ ਨੇ ਨਾ ਬਹੁਤ ਵੱਡਾ ਹੈ। ਮੋਗੇ ਦੇਖ ਲਓ ਕਿੱਡਾ ਵੱਡਾ ਸਕੈਂਡਲ ਹੋਇਆ, ਉੱਥੇ ਵੀ ਇੱਕ IG ਉਸ ਵਕਤ ਦਾ, ਉਦੋਂ SSP ਸੀ, ਬਾਅਦ 'ਚ DIG ਕਿ IG ਬਣਿਆ, ਉਹਨੂੰ ਵੀ ਅੰਦਰ ਜਾਣਾ ਪਿਆ। ਜੀ 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 ਬਿਲਕੁਲ। ਤੇ ਪੱਟੀ ਸਾਹਿਬ ਕਹਿੰਦੇ ਹੁਣ ਗੁਜਰਾਤੀ ਕਹਿੰਦੇ ਅਸੀਂ ਫਲ ਦਾ ਨਾਂ ਬਦਲ ਕੇ ਚੀਨ ਨੂੰ ਥੱਲੇ ਲਾਵਾਂਗੇ ਜੀ। ਜਿਹੜਾ ਉਹਨੇ ਆਪਣੇ ਸਾਡੇ ਏਰੀਏ ਦੇ ਵਿੱਚ ਜਿਹੜਾ ਉਹਨੇ ਆਪਣਾ ਇੱਕ ਪਿੰਡ ਵਸਾ ਲਿਆ ਚਾਈਨਾ ਨੇ, ਉਹਦੇ ਉੱਤੇ ਅਜੇ ਤੱਕ ਕੋਈ ਸਪਸ਼ਟੀਕਰਨ ਦਿੱਤਾ। ਕਹਿ ਰਹੇ ਨੇ ਜੀ ਵੇ ਕੁਛ ਵੀ ਕਰ ਰਹੇ ਜੀ। ਉਹ ਭਾਈ ਜੋ ਤੁਸੀਂ ਕਰ ਰਹੇ ਹੋ ਉਹ ਆਪਣੇ ਪਾਸੇ ਕਰ ਰਹੇ ਹੋ, ਵੀ ਸਾਡੇ ਪਾਸੇ ਕਰ ਰਹੇ ਜੀ, ਉਹਦੇ ਬਾਰੇ ਤੁਸੀਂ ਕੋਈ ਜਵਾਬ ਨਹੀਂ ਦੇ ਰਹੇ। ਹੁਣ ਜਿਹੜਾ ਇੱਕ ਡਰੈਗਨ ਫਰੂਟ ਆ, ਉਹਦਾ ਨਾਂ ਡਰੈਗਨ ਫਰੂਟ ਜਿਹੜਾ ਵਾ ਆਪਣੇ ਉਹਦੇ ਨਿਕਲਦਾ ਉੱਥੋਂ ਆਪਣੇ ਗੁਜਰਾਤ ਦੇ ਵਿੱਚ ਹੈਗਾ। ਇਹਨਾਂ ਨੇ ਉਹਦਾ ਨਾਂ ਚੇਂਜ ਕਰਨ ਤੇ ਜਿਹੜਾ ਡਰੈਗਨ ਫਰੂਟ ਦਾ ਨਾਮ ਆ ਉਹ ਪੇਟੈਂਟ ਕਰਨ ਭੇਜ ਦਿੱਤਾ ਵਾ ਜੀ। ਉਹਦਾ ਨਾਂ ਦੇਖਿਆ ਕਮਲਮ। ਅੱਛਾ, ਕਮਲਮ ਜੀ, ਕਿਉਂਕਿ ਨਾਂ ਇਸ ਰੱਖਿਆ ਵੀ ਜਿਹੜਾ BJP ਆ ਉਹਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਆ ਜੀ, ਉਹਦਾ ਨਾਂ ਇਸ ਕਰਕੇ ਕਮਲਮ ਲਿਖਿਆ ਇਹਨਾਂ ਨੇ। ਤੇ ਉਹਨਾਂ ਨੂੰ ਕਹਿੰਦੇ ਜੀ ਵੇਖੋ ਜੀ ਅਸੀਂ ਤੇ ਬਦਲਾ ਰਹੇ ਚੀਨ ਕੋਲ, ਉਹਦਾ ਨਾਂ ਹੀ ਡਰੈਗਨ ਫਰੂਟ ਹੀ ਚੇਂਜ ਕਰ ਦਿੱਤਾ ਸੀ, ਨਾਂ ਹੀ ਚੇਂਜ ਕਰਤਾ। ਇੱਕ ਮਸ਼ਹੂਰੀ ਉਹਦੀ ਹੋਈ, ਉਹਨੂੰ ਲੋਕਾਂ ਨੇ ਮੰਨਣਾ ਕਿਤੇ। ਤੁਸੀਂ ਜੋ ਮਰਜ਼ੀ ਕਰ ਲਓ, ਡਰੈਗਨ ਫਰੂਟ ਦਾ ਨਾਂ ਮਸ਼ਹੂਰ ਹੈ, ਉਹ ਚੱਲਦਾ ਰਹਿਣਾ ਵਾ ਜੀ। ਅੱਜ ਵੀ ਅੰਮ੍ਰਿਤਸਰ ਦੇ ਵਿੱਚ ਕਈ ਰੋਡਾਂ ਹੈਗੀਆਂ, ਉਹਨਾਂ ਸੜਕਾਂ ਹੈਗੀਆਂ, ਨਾਂ ਚੇਂਜ ਕੀਤੇ ਆ। ਲੇਕਿਨ ਅੱਜ ਵੀ ਅੰਗਰੇਜ਼ਾਂ ਨਾਲ ਚੱਲੀ ਜਾਂਦੀ ਹੈ। ਹਾਲਗੇਟ ਨੂੰ ਗਾਂਧੀਗੜ੍ਹ ਕਿਹਾ, ਅਜੇ ਤੱਕ ਕਿਸੇ ਗਾਂਧੀਗੜ੍ਹ ਕਿਹਾ ਹੀ ਨਹੀਂ। ਕਿਹਾ ਹੀ ਨਹੀਂ, ਬਿਲਕੁਲ ਨਹੀਂ ਕਿਹਾ ਜੀ, ਬਿਲਕੁਲ ਨਹੀਂ ਕਿਹਾ। ਹਜੇ ਗੁੜਗਾਉਂ ਨੂੰ ਨਹੀਂ ਕਹਿਣ ਲੱਗੇ ਲੋਕ, ਨਹੀਂ ਕਹਿਣ ਲੱਗੇ ਉਹਨੂੰ। ਅਜੇ ਗੁਰੂਗ੍ਰਾਮ ਗੁਰਗਾਮ ਨਹੀਂ ਕਹਿਣ ਲੱਗੇ। ਹਾਂਜੀ, ਗੁਰੂਗ੍ਰਾਮ ਨਹੀਂ ਕਹਿਣ ਲੱਗੇ। ਹਾਂਜੀ, ਇਸ ਕਰਕੇ ਕਾਸ਼ ਨਸਾਰੀ ਦਾ ਸ਼ਾਸਤਰ ਉਹਦੇ ਵਿੱਚ ਬੜੀ ਸ਼ਿੱਦਤ ਨਾਲ ਖਾਇਆ ਜਾਂਦਾ ਵਾ। ਤੇ ਇਹਨਾਂ ਨੇ ਇੱਥੇ ਉਹਨੇ ਦਾ ਨਾਂ ਚੇਂਜ ਕਰ ਦਿੱਤਾ ਕਮਲਮ। ਇਹਦੇ ਉੱਤੇ NPC ਜਿਹੜੀ ਆ ਉਹਨਾਂ ਨੇ ਇੰਨੀ ਗੱਲ ਕਹੀ, ਭਾਈ ਤੁਸੀਂ ਇਹਦਾ ਫਰੂਟ ਦਾ ਨਾਮ ਚੇਂਜ ਕਰ ਲਿਆ, ਉਦੋਂ ਤੁਸੀਂ ਕੁਝ ਕਰ ਨਹੀਂ ਸਕਦੇ ਚੀਨ ਦੇ ਖਿਲਾਫ ਜੀ। ਕਦੀ ਪ੍ਰਧਾਨ ਮੰਤਰੀ ਸਾਹਿਬ ਦੇ ਚੀਨ ਦਾ ਨਾਮ ਲੈ ਕੇ ਕਦੀ ਕੀ ਬਿਆਨ ਦਿੱਤਾ? ਕਿਸੇ ਕਿਸਮ ਦਾ ਨਹੀਂ ਦਿੱਤਾ ਨਾ, ਅੱਜ ਤੱਕ ਨਹੀਂ ਦਿੱਤਾ। ਹੁਣ ਤੁਸੀਂ ਇਹਦੇ ਤੇ ਕਿਹੜੇ ਕੱਢ ਰਹੇ ਹੋ ਵੀ ਇਹ ਫਰੂਟ ਤੇ ਕੱਢਣਾ ਕੋਈ ਗੱਲ ਨਹੀਂ। ਸਾਨੂੰ ਉਹਨੇ ਕਿਹਾ ਵੀ ਸਾਨੂੰ ਇਹ ਜਨਾਬਾ ਇਸ ਗੱਲ ਦੀ ਜਿਹੜੀ ਆ ਉਹ ਖਦਸ਼ਾ ਵਾ ਵੀ ਕੱਲ ਨੂੰ ਤੁਸੀਂ ਹਿੰਦੁਸਤਾਨ ਦਾ ਨਾਮ ਵੀ ਕਿਤੇ ਕਮਲਸਤਾਨ ਨਾ ਰੱਖ ਦਿਓ। ਕੋਈ ਪਤਾ ਨਹੀਂ ਜੀ, ਕੋਈ ਪਤਾ ਨਹੀਂ, ਲੱਗੇ ਹੋਏ ਨੇ, ਹਰਜ ਕੀ ਹੈ। ਹਾਂਜੀ ਹਾਂਜੀ। ਹਾਂ, ਤੇ ਪੱਟੀ ਸਾਹਿਬ ਫਿਰ ਸੜਕਾਂ ਦੇ ਉੱਤੇ ਕਹਿੰਦੇ ਰੋਜ਼ਾਨਾ 415 ਵਿਅਕਤੀ ਜਿਹੜੇ ਨੇ ਉਹਨਾਂ ਦਾ ਖੂਨ ਡੁੱਲਦਾ, ਮਰ ਰਹੇ ਨੇ। ਬਿਲਕੁਲ ਜੀ। ਵੇਖੋ ਸਾਡੀ ਜਿਹੜੀ ਉਹ ਘਟਨਾ ਵਾਪਰੀ ਹੈ ਇਸ ਵੇਲੇ ਗੁਜਰਾਤ ਦੇ ਵਿੱਚ, ਵੱਡਾ ਜਿਹਾ ਟਿੱਪਰ ਜਿਹੜਾ ਸੀ ਉਹ ਪਹਿਲਾਂ ਟਰਾਲੀ ਨਾਲ ਟਕਰਾਇਆ ਤੇ ਮੁੜ ਕੇ ਜਿਹੜਾ ਸੀ ਉਹ ਚੜ੍ਹ ਗਿਆ ਉੱਤੇ ਫੁੱਟਪਾਥ ਤੇ ਚੜ੍ਹ ਗਿਆ ਜਿੱਥੇ ਮਜ਼ਦੂਰ ਸੁੱਤੇ ਪਏ ਸੀ। ਪਹਿਲੀ ਗੱਲ ਤਾਂ ਅਸੀਂ ਪ੍ਰਵਾਸੀ ਕਹਿੰਦੇ, ਉਹ ਪ੍ਰਵਾਸੀ ਨਹੀਂ, ਉਹ ਸਾਡੇ ਦੇਸ਼ ਦੇ ਵਾਸੀ ਨੇ। ਲੇਕਿਨ ਪ੍ਰਵਾਸੀ ਸ਼ਬਦ ਅਸੀਂ ਵਰਤ ਲਿਆ ਉਹਨਾਂ ਵਾਸਤੇ ਕਿ ਪ੍ਰਵਾਸੀ ਹੁੰਦਾ ਜਿਹੜਾ ਇੱਕ ਦੇਸ਼ ਤੋਂ ਦੂਜੇ ਪਾਸੇ ਦੇਸ਼ ਜਾ ਕੇ ਪ੍ਰਵਾਸ ਕਰਦਾ। ਹੁਣ ਉਹ ਵਿਚਾਰੇ ਉੱਥੇ ਪੈ ਗਏ ਲੰਮੇ, ਉਹਨਾਂ ਚੜ ਗਿਆ, ਉਹਦੇ ਵਿੱਚ ਵੇਖਿਆ 8 ਔਰਤਾਂ ਸੀ, ਇੱਕ ਬੱਚਾ ਸੀ ਤੇ ਬਾਕੀ ਬੰਦੇ ਸੀ ਜਿਹੜੇ ਮਾਰੇ ਗਏ ਵਿਚਾਰੇ। ਉਹਦੇ ਵਿੱਚ ਵੇਖੋ ਸਾਡੀਆਂ ਸੜਕਾਂ ਦਾ ਹਾਲ ਵੇਖੋ, ਸਾਡਾ ਜਿਹੜੀ ਆਪਣੀ ਸਿਸਟਮ ਹੈ ਜਿਹੜਾ ਆਵਾਜਾਈ ਦਾ ਉਹ ਬੜਾ ਭਿਆਨਕ ਸਿਸਟਮ ਹੈ। ਹਾਂਜੀ ਹਾਂਜੀ। ਅਸੀਂ ਡਰਾਈਵਿੰਗ ਲਾਇਸੈਂਸ ਲੈ ਜਾਂਦੇ, ਸਾਡੇ ਕੋਲ ਕੋਈ ਟ੍ਰੇਨ ਡਰਾਈਵਰ ਨਹੀਂ ਹੈਗੇ। ਅਸੀਂ ਡਰਾਈਵਿੰਗ ਲਾਇਸੈਂਸ ਜਿੱਦਾਂ ਮਿਲਦਾ ਤੁਹਾਨੂੰ ਪਤਾ ਹੀ ਹੈ। ਹਾਂ, ਪਤਾ ਹੀ ਹੈ ਜੀ, ਜਿਵੇਂ ਮਰਜ਼ੀ ਬਣਾ ਲਓ। ਹਾਂਜੀ, ਇੱਕ ਐਵਰੇਜ ਦੇ ਮੁਤਾਬਕ ਜਿਹੜਾ ਰੋਜ਼ 415 ਲੋਕਾਂ ਦੀ ਏਦਾਂ ਮੌਤ ਹੁੰਦੀ ਹੈ ਸਾਡੇ ਜੀ। ਤੇ ਹਰ ਸਾਲ 1.5 ਲੱਖ ਲੋਕ ਜਿਹੜੇ ਆ ਸੜਕ ਹਾਦਸੇ ਆਪਣੀ ਜਾਨ ਗਵਾ ਲੈਂਦੇ ਆ। ਤੇ ਇਹਨਾਂ ਨੇ ਇੰਨੀ ਗੱਲ ਕੀ, ਜਿਹੜਾ ਰਾਜਮਾਰਗ ਮੰਤਰਾਲਾ ਨਹੀਂ ਹੈ, ਆਵਾਜਾਈ ਤੇ ਰਾਜਮਾਰਗ ਜਿਹੜਾ, ਉਹਨੇ ਇੰਨੀ ਗੱਲ ਕੀ ਵੀ 2025 ਤੱਕ ਇਹਨਾਂ ਦੀ ਗਿਣਤੀ ਅਸੀਂ 50% ਘਟਾ ਲਾਂਗੇ। ਲੇਕਿਨ ਟ੍ਰੈਫਿਕ ਵਾਧੀ ਘਟਾ ਤੁਸੀਂ ਕਿਤੋਂ ਲੋਕ ਇਹ ਮੰਦਭਾਗੀ ਗੱਲ। ਇਹਦੇ ਵਾਸਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਘਰੋਂ ਵਿਚਾਰੇ ਉਹ ਆਪਣੇ ਰੁਜ਼ਗਾਰ ਵਾਸਤੇ ਆਏ ਸੀ ਤੇ ਰੁਜ਼ਗਾਰ ਆਪਣੀ ਜਾਨਾਂ ਗਵਾ ਬੈਠੇ, ਨਾ ਉਹਨੂੰ ਅੱਗੇ ਪਿੱਛੇ ਨਾ ਪਿੱਛੇ ਕੋਈ ਉਹਨਾਂ ਦੇ ਪਰਿਵਾਰ ਕਿਵੇਂ ਪੜ੍ਹਨੇ ਇਹ ਨਹੀਂ ਪਤਾ। ਇਸ ਕਰਕੇ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਸਾਡੀ ਰੋਡ ਜਿਹੜੀ ਸੇਫਟੀ ਆ ਉਹਨੂੰ ਯਕੀਨੀ ਬਣਾਉਣਾ ਚਾਹੀਦਾ। ਅਸੀਂ ਪਾਕਿਸਤਾਨ ਨੂੰ ਕਹਿੰਦੇ ਜੀ ਬੜਾ ਗਰੀਬ ਦੇਸ਼ ਆ, ਜਿੰਨੇ ਵੀ ਉਹਨਾਂ ਨੇ ਉੱਥੇ ਮੋਟਰਵੇ ਬਣਾਏ, ਤੁਸੀਂ ਬਜਾ ਕੇ ਵੇਖੋ ਨਾ ਮੋਟਰਵੇ ਦੇ ਉੱਤੇ ਕੋਈ ਵੀ 3 ਵੀਲਰ, ਕੋਈ ਵੀ ਮੋਟਰਸਾਈਕਲ, ਕੋਈ ਸਾਈਕਲ ਜਾਂ ਟਾਂਗਾ ਨਹੀਂ ਚੱਲ ਸਕਦਾ ਜੀ। ਉੱਥੇ only 4 ਵੀਲਰ ਚੱਲਦੇ ਨੇ।
4 ਲੇਨ ਇੱਕ ਪਾਸੇ, 4 ਇੱਕ ਪਾਸੇ ਆ। ਉਹਦੇ ਵਿੱਚ ਇਹ ਲੇਨ ਜਿਹੜੀ ਆ ਟਰੱਕ ਚੱਲੇਗਾ, ਇਹ ਮੀਡੀਅਮ ਚੱਲੇਗੀ, ਇਹ ਕਾਰ ਚੱਲੇਗੀ। ਤੇ ਇੱਕ ਲੇਨ ਜਿਹੜੀ ਉਹ ਤੁਹਾਨੂੰ ਓਵਰਟੇਕ ਕਰਨ ਵਾਸਤੇ ਜੀ ਉਹਦੇ ਬਾਰ-ਬਾਰ ਸਾਈਡਾਂ ਦੇ ਉੱਤੇ ਫਿਰ ਜਾਲੀ ਲਾਈ। ਉਹ ਜਾਲੀ ਇਸ ਕਰਕੇ ਲਾਈ ਆ ਵੀ ਉਹਦੇ ਅੰਦਰ ਕੋਈ ਕੁੱਤਾ ਨਾ ਆਵੇ, ਕੋਈ ਬਿੱਲਾ ਨਾ ਆਵੇ, ਕੋਈ ਡੰਗਰ ਨਾ ਆਵੇ, ਕੋਈ ਵੱਛਾ ਨਾ ਆਵੇ। ਇਹ ਕਿਸੇ ਕਿਸਮ ਦੀ ਕੋਈ ਸਾਡੇ ਇੱਥੇ ਜੋ ਮਰਜ਼ੀ ਕੋਈ ਕਰੀ ਜਾਂਦਾ, ਡੰਗਰ ਵੀ ਸੜਕਾਂ ਤੇ ਹੁੰਦੇ ਤੇ ਕੁੱਤੇ ਵੀ ਸੜਕਾਂ ਤੇ ਹੁੰਦੇ, ਕੋਈ ਤਾਂ ਕੋਈ ਨਹੀਂ ਹੈਗਾ। ਇਸ ਕਰਕੇ ਜਿੰਨਾ ਚਿਰ ਆਵਾਜਾਈ ਨੂੰ ਨਿਰੰਤਰ ਨਹੀਂ ਕੀਤਾ ਜਾਂਦਾ, ਉਹਦੇ ਕੋਈ ਸੁਰੱਖਿਆ ਮੀਂਹ ਨਹੀਂ ਲੈ ਜਾਂਦੇ, ਉਹਦੇ ਵਿੱਚ ਸਾਡੀ ਟ੍ਰੇਨ ਡਰਾਈਵਰ ਨਹੀਂ ਭਰਤੀ ਕਹਿੰਦੇ, ਉਹਨਾਂ ਚਿਰ ਜਿਹੜੀ ਇਹ ਬਚਾਓ ਦੀ ਕੋਈ ਸਾਡੀ ਕੋਈ ਬਚਾਓ ਕਰਨਾ ਸਾਡੇ ਵਾਸਤੇ ਰੁਕ ਨਹੀਂ ਰਹੂ। ਜੀ ਬਿਲਕੁਲ ਪੱਟੀ ਸਾਹਿਬ, ਗੱਲ ਤੁਹਾਡੀ ਸਹੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਤਾਂ ਜੇ ਕੋਈ ਸਾਈਕਲ ਵਾਲਾ ਉਹ ਵੀ ਸੱਜੇ, ਹਾਂਜੀ, ਜੇ ਕੋਈ ਟਰਾਲੀ ਭਰੀ ਜਾਂਦਾ ਉਹ ਵੀ ਸੱਜੇ, ਟਰੱਕ ਵਾਲਾ ਉਹ ਵੀ ਸੱਜੇ। ਜੇ ਉਹਨੂੰ ਹਾਰਨ ਮਾਰ ਕੇ ਰਾਹ ਮੰਗੋ, ਕਹਿੰਦਾ ਤੇਰੇ ਤੋਂ ਪਰਾਂ ਦੀ ਨਹੀਂ ਲੰਘੀ ਜਾਂਦਾ। ਹੁਣ ਉਹ ਕਹਿੰਦੇ ਆ ਵੀ ਉਲਟ ਪਾਸੇ ਦੀ ਲੰਘਣਾ ਤੁਹਾਡਾ ਅਧਿਕਾਰ ਬਣਾ ਦਿੱਤਾ ਇਹਨਾਂ ਨੇ, ਵੀ ਤੁਸੀਂ ਰੌਂਗ ਸਾਈਡ ਲੰਘੋ। ਉਹ ਰਾਹ ਲੈਣਾ ਤਾਂ ਤੁਸੀਂ ਖੱਬੇ ਪਾਸੇ ਵਾਲੇ ਤੋਂ ਲਓ, ਜਿਹੜਾ ਸੱਜੇ ਤੁਰਿਆ ਜਾਂਦਾ ਉਹ ਤੋਂ ਰਾਹ ਨਾ ਲਓ। ਬਿਲਕੁਲ। ਹਾਂ, ਇਹ ਹਾਲਾਤ ਹੈ ਬਿਲਕੁਲ ਜੀ ਬੜਾ। ਤੇ ਉਧਰ ਆ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕਹਿੰਦੇ ਨਵੀਂ ਇਮਾਰਤ ਨੂੰ ਹੀ ਅੱਗ ਲੱਗ ਗਈ ਹੈ ਜੀ। ਹਾਂ, ਪੂਨੇ ਦੇ ਵਿੱਚ ਉਹਦੀ ਅੱਜ ਜਿਹੜੀ ਅੱਗ ਲੱਗੀ, ਉੱਥੇ ਜਿਹੜੀ ਨਵੀਂ ਇਮਾਰਤ ਉੱਤੇ ਅੱਗ ਲੱਗੀ, ਗੇਟ ਨੰਬਰ ਤੇ ਅੱਗ ਲੱਗੀ। ਉੱਥੇ ਜਿਹੜੀ ਸਾਡੀ ਹੈਗੀ ਆ ਸਿਕਿਉਰਿਟੀ ਸਾਡੀ ਪਹੁੰਚ ਚੁੱਕੀ, ਉੱਥੇ ਰੈਸਕਿਊ ਟੀਮਾਂ ਸਾਰੀਆਂ ਪਹੁੰਚ ਚੁੱਕੀਆਂ ਨੇ। ਉੱਥੇ ਤੱਕ ਇਹ ਨਹੀਂ ਜਾਣਕਾਰੀ ਮਿਲਦੀ ਅੱਗ ਲੱਗੀ ਕਿਵੇਂ, ਉਹਦੇ ਬਾਰੇ ਜਾਣਕਾਰੀ ਮਿਲ ਸਕੀ। ਲੇਕਿਨ ਇਹ ਮੰਦਭਾਗੀ ਗੱਲ ਆ ਜੀ, ਇੱਥੇ ਕੋਵਿਸ਼ੀਲਡ ਸਾਡੀ ਬਣਾਈ ਜਾ ਰਹੀ ਹੈ, ਕੋਵਿਸ਼ੀਲਡ ਬਣਾਈ ਜਾ ਰਹੀ ਹੈ, ਸਾਰੇ ਟੀਕੇ ਬਣਾਏ ਜਾ ਰਹੇ, ਵੈਕਸੀਨ ਬਣਾਈ ਜਾ ਰਹੀ ਹੈ, ਉੱਥੇ ਅੱਗ ਲੱਗਣੀ। ਇਹਦੇ ਵਿੱਚ ਕਈ ਚਿੰਤਾ ਦਾ ਵਿਸ਼ਾ ਵੀ ਹੈ ਤੇ ਕਈ ਸ਼ੱਕ ਵੀ ਕੀਤੇ ਜਾ ਰਹੇ ਨੇ। ਹਾਂਜੀ, ਪਰ ਗੱਲ ਹੈ ਵੀ ਇੱਥੇ ਤਸਵੀਰਾਂ ਸਾਹਮਣੇ ਆ ਰਹੀਆਂ, ਲੋਕ ਤਾਂ ਕੋਵਿਡ ਦਾ ਟੀਕਾ ਪ੍ਰੀਕਾਸ਼ਨਰੀ ਜਿਹੜਾ ਵੈਕਸੀਨ ਉਹ ਲਵਾ ਰਹੇ। ਕੁਝ ਤਸਵੀਰਾਂ ਆ ਰਹੀਆਂ ਕਿ ਬੀਬੀ ਜਿਹੜੀ ਵੱਡੇ ਡਾਕਟਰ ਨੇ ਉਹ ਕੀ ਕਹਿੰਦੇ ਫੋਟੋਆਂ ਹੀ ਖਿਚਾ ਕੇ ਤੁਰੇ ਜਾਂਦੇ, ਅਸਲ ਟੀਕਾ ਲਾਉਂਦੇ ਨਹੀਂ, ਬਿਆਨਬਾਜ਼ੀ ਵੱਧ ਕਰੀ ਜਾਂਦੇ ਨੇ। ਅਸਲ ਟੀਕਾ ਵੇਖੋ, ਜਿਹੜੀ ਦਿੱਲੀ ਦੇ ਵਿੱਚ ਜਦੋਂ ਦਾ ਰੌਲਾ ਪਿਆ ਨਾ ਵੀ ਆ ਬੰਦੇ ਮਰ ਗਏ ਜੀ, ਆ ਹੋ ਗਿਆ ਜੀ, ਹੋ ਗਿਆ, ਇਹਨੂੰ ਅਟੈਕ। ਵੇਖੋ ਜਿਹੜੀ ਅੱਜ ਤੱਕ ਜਿਹੜੇ ਬੰਦੇ ਮਰੇ ਨੇ ਜੀ, ਅੱਜ ਤੱਕ ਤੁਸੀਂ ਜੇ ਕਿਤੇ ਲੈ ਲਓ ਜੀ, ਦਿੱਲੀ ਦੀ ਮੈਂ ਤੁਹਾਡੀ ਇੱਕ ਬੰਬੇ ਦੀ ਸਿਰਫ ਬੰਬੇ ਦੀ ਤੁਹਾਡੇ ਨਾਲ ਗੱਲ ਕਰਦਾ, ਬੰਬੇ ਦੇ ਵਿੱਚ ਕੀ ਹੁੰਦਾ। ਬੰਬੇ ਦੇ ਵਿੱਚ ਜਿਹੜੇ 26,724 ਲੋਕਾਂ ਮੌਤਾਂ ਹੋਈਆਂ ਨੇ ਜੀ, ਉਹਦੇ ਵਿੱਚ ਜਿਹੜੇ ਬੰਦੇ ਮਰੇ ਨੇ 71.64% ਜਿਹੜੇ ਦੂਸਰੀਆਂ ਬਿਮਾਰੀਆਂ ਨਾਲ ਮਰੇ ਨੇ। ਜਿਹੜੇ ਹਾਈ ਬਲੱਡ ਪ੍ਰੈਸ਼ਰ ਨਾਲ ਮਰੇ ਉਹ 46.76% ਆ ਜੀ। ਜਿਹੜੇ ਡਾਇਬੀਟੀਜ਼ ਦੇ ਮਰੀਜ਼ ਸੀ ਉਹ 39.4% ਆ ਜੀ। ਹਾਰਟ ਡਿਜ਼ੀਜ਼ ਵਾਲੇ ਜਿਹੜੇ ਉਹ 11.13% ਆ ਜੀ। ਜਿਨ੍ਹਾਂ ਨੂੰ ਕਿਡਨੀ ਪ੍ਰੋਬਲਮ ਸੀ ਉਹ 4.97% ਆ। ਜਿਨ੍ਹਾਂ ਨੂੰ ਕੋਈ ਲੰਗਸ ਦੀ ਕੋਈ ਫੇਫੜਿਆਂ ਦੀ ਪ੍ਰੋਬਲਮ ਸੀ ਉਹ 3.94% ਆ ਜੀ। ਇਹਦੇ ਵਿੱਚ 69.8% ਪੁਰਸ਼ ਤੇ 30.2% ਔਰਤਾਂ ਨੇ ਜੀ। ਮਤਲਬ ਜਿੰਨੇ ਬੰਦੇ ਮਰੇ ਉਹ ਲਗਭਗ ਹੋਰ ਵੱਖ-ਵੱਖ ਬਿਮਾਰੀਆਂ ਨਾਲ ਮਰੇ ਆ। ਕਰੋਨਾ ਇੱਕ ਬਹਾਨਾ ਬਣਿਆ ਵੀ ਕਰੋਨਾ ਹੋ ਗਿਆ ਜੀ, ਉਹ ਬੰਦਾ ਵੈਸੇ ਹੀ ਦਿਲ ਛੱਡ ਕੇ ਮੈਨੂੰ ਕਰੋਨਾ ਹੋ ਗਿਆ ਤੇ ਉਹ ਬੰਦਾ ਅੱਗੇ ਬਿਮਾਰ ਹੋਣੇ ਤੇ ਮਰਨਾ ਹੀ ਮਰਨਾ ਜੀ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖੋ ਨਾ, ਜੇ ਲਖਨਊ ਦੇ ਵਿੱਚ ਇੱਕ ਬੰਦਾ ਮੇਰਾ ਰੌਲਾ ਪੈ ਗਿਆ ਜੀ, ਬੰਦਾ ਇੱਕ ਮਰ ਗਿਆ, ਬੰਦੇ ਤੇ ਮਰਨੇ ਕੋਈ ਗੱਲ ਨਹੀਂ। ਹਾਂਜੀ। ਇਹਨਾਂ ਕਿਹਾ ਵੀ ਹੈ ਕਿ 10% ਇਹਦੇ ਨਾਲ ਤੁਹਾਨੂੰ ਸਾਈਡ ਇਫੈਕਟ ਹੋ ਸਕਦਾ। ਜੇ ਤੁਸੀਂ 10 ਲੱਖ ਬੰਦੇ ਨੂੰ ਲਾਇਆ ਤੇ ਉਹਦੇ ਵਿੱਚੋਂ ਜੇ 1 ਲੱਖ ਬੰਦੇ ਨੂੰ ਸਾਈਡ ਇਫੈਕਟ ਹੋ ਗਿਆ, ਕੋਈ ਬਚ ਗਿਆ, ਕੋਈ ਰਹਿ ਗਿਆ, ਫਿਰ ਕੀ ਹੈ। ਦਿੱਲੀ ਦੇ ਵਿੱਚ ਪਹਿਲੇ ਦਿਨ ਇਹਨਾਂ ਨੇ ਲਾਉਣਾ ਸੀ 8,000 ਬੰਦੇ ਨੂੰ ਟੀਕਾ ਲਾਉਣਾ ਸੀਗਾ, ਲਾਇਆ ਨਾ 4319 ਨੂੰ ਲਾਇਆ। ਉਹਦੇ ਵਿੱਚ 51 ਬੰਦੇ ਜਿਹੜੇ ਸੀ ਉਹ ਇਫੈਕਟਿਵ ਹੋਏ, ਜਿਹਨਾਂ ਨੂੰ ਸਾਈਡ ਇਫੈਕਟ ਹੋਇਆ ਥੋੜਾ ਬਹੁਤਾ ਜੀ। 50 ਬੰਦਿਆਂ ਨੂੰ ਜਿਹੜੀ ਸੀ ਟ੍ਰੀਟਮੈਂਟ ਕਰਕੇ ਛੁੱਟੀ ਦੇ ਦਿੱਤੀ ਤੇ ਇੱਕ ਨੂੰ ਏਮ ਦਾਖਲ ਕਰਾਉਣਾ ਪਿਆ। ਹੋ ਸਕਦਾ ਕੋਈ ਹੋਰ ਵੀ ਬਿਮਾਰੀ ਹੋਵੇ ਕੋਈ ਨਾ ਕੋਈ ਜੀ। ਇਸ ਕਰਕੇ ਕਰੋ ਜਿਹੜਾ ਹੈਗਾ ਕਰੋਨਾ ਆਸ ਕੀਤੀ ਜਾਂਦੀ ਸੀ ਅਕਾਲ ਤਖਤ ਤੇ ਜਾਊਗਾ ਤੇ ਆਪਾਂ ਪਹਿਲੇ ਦਿਨ ਕਹਿਤਾ ਸੀ ਅਕਾਲ ਤਖਤ ਤੇ ਜਥੇਦਾਰ ਬਿਲਕੁਲ ਨਹੀਂ ਇੱਥੇ ਕੋਈ ਟਿੱਪਣੀ ਕਰੇਗਾ ਜੀ, ਕਿਉਂਕਿ ਜਥੇਦਾਰ ਅਕਾਲ ਤਖਤ ਨੇ ਪਹਿਲਾਂ ਹੀ ਕਹਿ ਚੁੱਕਾ ਵੀ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨੀ ਚਾਹੀਦੀਆਂ। ਤੇ ਜੇ ਹੁਣ ਰੌਲਾ ਪਿਆ ਵੀ ਅਕਾਲ ਤਖਤ ਤੇ ਚੱਲ ਜੂਗਾ, ਜਥੇਦਾਰ ਉਹ ਕਰ ਦੂਗਾ, ਸਾਨੂੰ ਜੇ ਨਿਰਦੇਸ਼ ਇਹ ਭਾਈ ਮਾਮਲਾ ਸਿਰਫ ਸਿੱਖਾਂ ਦਾ ਨਹੀਂ ਹੈਗਾ ਜੀ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਮਾਮਲਾ ਵਾ। ਪਹਿਲੀ ਗੱਲ ਤਾਂ ਜਥੇਦਾਰ ਇਹੋ ਜਿਹਾ ਮਾਮਲਾ ਕੋਈ ਹੈਂਡਲ ਨਹੀਂ ਕਰੇਗਾ, ਜੇ ਹੈਂਡਲ ਕਰੇਗਾ ਤੇ ਸਿੱਖਾਂ ਨੂੰ ਕਹੇਗਾ ਨਾ, ਬਾਕੀ ਤਾਂ ਕਿਸੇ ਨੂੰ ਕਹਿ ਨਹੀਂ ਸਕਦਾ। ਇਸ ਕਰਕੇ ਜਥੇਦਾਰ ਨੇ ਬੜਾ ਵਧੀਆ ਸਟਾਈਲ ਲਿਆ, ਉਹਨੇ ਕਿਹਾ ਵੀ ਨਹੀਂ ਵੇਖੋ ਇਹ ਮੇਲ ਬੈਠ ਕੇ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰੇ, ਅਕਾਲ ਤਖਤ ਦੀ ਵਿੱਚ ਕੋਈ ਭੂਮਿਕਾ ਨਹੀਂ ਹੋਏਗੀ ਜੀ। ਉਹਦੇ ਵਿੱਚ ਜਥੇਦਾਰ ਨੇ ਵਧੀਆ ਬਿਆਨ ਦੇ ਦਿੱਤਾ। ਲੇਕਿਨ ਸਾਡਾ ਇੱਕ ਇਤਿਹਾਸ ਆ ਜੀ, ਇੱਕ ਇਤਿਹਾਸ ਦੇ ਅਕਾਲ ਤਖਤ ਜਿਹੜਾ ਅਕਾਲ ਤਖਤ ਹੈ ਉੱਥੇ ਕੋਈ ਵੀ ਫਰਿਆਦੀ ਆਪਣੀ ਜਾ ਕੇ ਫਰਿਆਦ ਕਰ ਸਕਦਾ,
ਤੁਹਾਨੂੰ ਪਤਾ ਹੋਏਗਾ 1783